ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਖਬਰਾਂ, ਅੱਜ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਰਹੀਆਂ। ਉਹ ਖਬਰਾਂ ਜਿਹੜੀਆਂ ਸੁਰਖੀਆਂ ਬਣੀਆਂ ਕੈਨੇਡਾ ਦੀਆਂ ਅਖਬਾਰਾਂ ਨੇ, ਜਿਨ੍ਹਾਂ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਟਰੱਕਾਂ ਦੀ ਚੋਰੀ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਆ। ਟਰੱਕਾਂ ਦੀ ਚੋਰੀ, ਕਾਰਾਂ ਦੀ ਚੋਰੀ, ਵਹੀਕਲਸ ਦੀ ਚੋਰੀ ਇੱਥੋਂ ਤੱਕ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਆ ਕਿ ਕੈਨੇਡਾ ਤੋਂ ਚੋਰੀ ਕੀਤੀਆਂ ਕਾਰਾਂ ਬਹੁਤ ਸਾਰੇ ਦੂਜੇ ਦੇਸ਼ਾਂ ਦੇ ਵਿੱਚ, ਖਾਸ ਕਰ ਮਿਡਲ ਈਸਟ ਦੇ ਵਿੱਚ ਵੇਚੀਆਂ ਜਾਂਦੀਆਂ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ, ਪਰ ਪੁਲਿਸ ਜਿੰਨੀ ਸਤਰਕ ਆ ਉਹਦੇ ਨਾਲ ਬਹੁਤ ਸਾਰੇ ਚੋਰਾਂ ਨੂੰ ਲਗਾਤਾਰ ਫੜਿਆ ਵੀ ਜਾ ਰਿਹਾ, ਜਿਹਦੇ ਵਿੱਚ ਪਬਲਿਕ ਵੀ ਪੁਲਿਸ ਦਾ ਸਹਿਯੋਗ ਦੇ ਰਹੀ ਹੈ। ਘਟਨਾ ਐਬਸਫੋਰਡ ਦੇ ਵਿੱਚ ਵਾਪਰੀ ਆ। ਐਬਸਫੋਰਡ ਜਿਹੜਾ ਕਿ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਆ। ਐਬਸਫੋਰਡ ਪੁਲਿਸ ਨੇ ਇੱਕ ਕਾਲ ਆਉਂਦੀ ਹੈ ਕਿ ਇੱਕ ਸੈਮੀ ਟਰੱਕ ਚੋਰੀ ਕਰ ਲਿਆ ਗਿਆ ਐਬਸਫੋਰਡ ਦੇ ਵਿੱਚੋਂ। ਉਹਦੇ ਤੋਂ ਜਲਦੀ ਚਿਲਾਵਿਕ RCMP ਉਸ ਸੈਮੀ ਟਰੱਕ ਨੂੰ ਯੇਲ ਰੋਡ ਤੇ ਹਾਈਵੇ 1 ਦੇ ਉੱਤੇ ਦੇਖਦੇ ਆ, ਟ੍ਰੈਫਿਕ ਸਟਾਪ ਦੇ ਉੱਤੇ ਉਸ ਚੋਰੀ ਦੇ ਟਰੱਕ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ। ਡਰਾਈਵਰ ਟਰੱਕ ਭਜਾ ਕੇ ਲੈ ਜਾਂਦਾ। ਸੈਮੀ ਟਰੱਕ ਮੁੜ ਕੇ ਐਬਸਫੋਰਡ ਦੇ ਵਿੱਚ ਐਂਟਰ ਕਰਦਾ। ਪੁਲਿਸ ਦੇਖ ਰਹੀ ਹੈ ਕਿ ਇੱਕ ਹੋਰ ਟਰੱਕ ਦੇ ਵਿੱਚ ਵੱਜਿਆ। ਉਹਦੇ ਤੋਂ ਬਾਅਦ ਉਹ ਫੇਰ ਦੌੜ ਗਿਆ ਐਕਸੀਡੈਂਟ ਸੀਨ ਤੋਂ। ਜਿਹਦੇ ਵਿੱਚ ਟਰੱਕ ਵੱਜਿਆ ਉਹਨੂੰ ਸੱਟਾਂ ਨਹੀਂ ਲੱਗੀਆਂ, ਇਹ ਇੱਕ ਚੰਗੀ ਗੱਲ ਆ। ਇਹ ਡਰਾਈਵਰ ਉਹਦੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਟਰੱਕ ਡਰਾਈਵ ਕਰ ਰਿਹਾ ਹੈ, ਬੜੇ ਡੇਂਜਰਸ ਤਰੀਕੇ ਦੇ ਨਾਲ, ਕਿਉਂਕਿ ਉੱਥੇ ਧੁੰਦ ਪਈ ਆ, ਪੁਲਿਸ ਉਹਦਾ ਪਿੱਛਾ ਨਹੀਂ ਕਰ ਸਕੀ। ਥੋੜ੍ਹੇ ਚਿਰ ਬਾਅਦ ਹੀ ਉੱਥੋਂ ਦੇ ਲੋਕਾਂ ਨੇ ਦੇਖਿਆ ਇੱਕ ਸੈਮੀ ਟਰੱਕ ਮੱਕੀ ਏਰੀਆ ਦੇ ਵਿੱਚ ਬਹੁਤ ਡੇਂਜਰਸਲੀ ਡਰਾਈਵ ਕੀਤਾ ਜਾ ਰਿਹਾ। ਲਗਭਗ 11:53 ਤੇ ਇਹ ਟਰੱਕ ਇੱਕ ਕੰਕਰੀਟ ਮੈਰੀਡੀਅਨ ਜਿਹੜੀ ਸੜਕ ਦੇ ਵਿਚਕਾਰ ਇੱਕ ਬੰਨੀ ਜੀ ਬਣੀ ਹੁੰਦੀ ਹੈ, ਉਹਦੇ ਨਾਲ ਟਕਰਾ ਜਾਂਦਾ ਓਲਡ ਕਲੇਵਨ ਰੋਡ ਦੇ ਉੱਤੇ, ਤੇ ਉੱਥੇ ਜਾ ਕੇ ਫਸ ਜਾਂਦਾ। ਉਹਦੇ ਤੋਂ ਬਾਅਦ ਜਿਹੜਾ ਟਰੱਕ ਚਲਾ ਰਿਹਾ ਹੈ, ਜਿਹੜਾ ਚੋਰੀ ਕਰਕੇ ਟਰੱਕ ਲਿਆ ਹੈ ਤੇ ਟਰੱਕ ਚਲਾ ਰਿਹਾ ਹੈ, ਉਹ ਦੌੜਨਾ ਸ਼ੁਰੂ ਕਰ ਦਿੰਦਾ, ਭੱਜਣਾ ਸ਼ੁਰੂ ਕਰ ਦਿੰਦਾ। ਤੇ ਉਹਦੇ ਤੋਂ ਬਾਅਦ ਇੱਕ ਹੋਰ ਵਹੀਕਲ ਨੂੰ ਚੋਰੀ ਕਰਕੇ ਉਹਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦਾ, ਜਿਹੜਾ ਕਿ ਨੇੜੇ ਇੱਕ ਲੋਕਲ ਬਿਜ਼ਨਸ ਕੰਪਲੈਕਸ ਦੇ ਵਿੱਚ ਖੜਾ ਹੁੰਦਾ ਹੈ। ਲੋਕ ਇੰਟਰਵੀਨ ਕਰਦੇ ਆ, ਉਹਨਾਂ ਦੇ ਵਿੱਚ ਹੱਥੋਂ ਪਾਈ ਹੁੰਦੀ ਆ। ਚੰਗੀ ਗੱਲ ਇਹ ਆ ਕਿ ਕਿਸੇ ਨੂੰ ਸੱਟ ਨਹੀਂ ਲੱਗਦੀ, ਜਲਦੀ ਪੁਲਿਸ ਪਹੁੰਚ ਜਾਂਦੀ ਆ, ਉਹਨੂੰ ਫੜ ਲੈਂਦੀ ਆ। ਇਹ ਵਿਅਕਤੀ ਜਿਹੜਾ ਚੋਰੀ ਦੇ ਟਰੱਕ ਦੇ ਵਿੱਚ ਫੜਿਆ ਗਿਆ, ਅਲਬਰਟਾ ਦਾ ਵਾਸੀ ਦੱਸਿਆ ਜਾ ਰਿਹਾ। ਰੋਰੀ ਸੈਰਨਾ ਇਹਦਾ ਨਾਂ ਆ, 28 ਸਾਲ ਦੀ ਉਮਰ ਦੱਸੀ ਜਾ ਰਹੀ ਆ। ਇਹਨੂੰ ਡੇਂਜਰਸ ਜਿਹੜੇ ਆਪਰੇਸ਼ਨਸ ਤੇ ਮੋਟਰ ਵਹੀਕਲ ਪੋਜੈਸ਼ਨ ਆਫ ਸਟੋਲਨ ਪ੍ਰੋਪਰਟੀ ਦੇ ਤਹਿਤ ਇਹਦੇ ਉੱਤੇ ਚਾਰਜ ਲਾਏ ਗਏ ਆ। ਇਹਦੇ ਤੋਂ ਬਾਅਦ ਇਹਨੂੰ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਗਿਆ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਿਹਦੇ ਵਿੱਚ ਲੋਕ ਇਹ ਸੈਮੀ ਟਰੱਕ ਚੋਰੀ ਕਰ ਰਿਹਾ, ਜਾਂ ਈਵਨ ਇੱਥੋਂ ਤੱਕ ਕਿ ਜਿਹੜੀਆਂ ਕਾਰਾਂ ਆ ਜਾਂ ਦੂਜੇ SUVs ਆ ਉਹ ਚੋਰੀ ਕੀਤੇ ਜਾਂਦੇ ਆ। ਪਿਛਲੇ ਸਾਲ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਖਾਸ ਕਰ ਜੇਕਰ ਕੁਝ ਖਾਸ ਕੈਟਾਗਰੀਜ਼ ਦੇ SUVs, ਟਰੱਕਸ ਜਾਂ ਜਿਹੜੀਆਂ ਕਾਰਾਂ ਜੇ ਤੁਸੀਂ ਚਲਾ ਰਹੇ ਹੋ ਤਾਂ ਉਹਨਾਂ ਦੇ ਚੋਰੀ ਹੋਣ ਦਾ ਖਤਰਾ ਵੱਧ ਆ, ਭਾਵੇਂ ਕਿ ਉਹਦੇ ਵਿੱਚ ਆਟੋਮੈਟਿਕ ਲੌਕ ਤੇ ਬਹੁਤ ਕੋਈ ਸਿਕਿਉਰਿਟੀ ਸਿਸਟਮ ਲੱਗਿਆ ਹੁੰਦਾ। ਖਾਸ ਕਰ ਫੋਰਡ F ਸੀਰੀਜ਼, ਡੌਜ ਦੇ ਰੈਮ ਪਿਕਅਪ ਟਰੱਕ ਜਾਂ ਹੋਰ ਜਿਹੜੇ ਕੀਲੈਸ ਰਿਮੋਟ ਐਂਟਰੀ ਵਾਲੇ SUVs ਆ, ਉਹ ਬਹੁਤ ਜ਼ਿਆਦਾ ਚੋਰੀ ਹੋ ਰਹੇ ਆ। 2021 ਦੇ ਜਿਹੜੇ ਟੌਪ 10 ਸਟੋਲਨ ਵਹੀਕਲਸ ਕੈਨੇਡਾ ਦੇ ਵਿੱਚ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਕਿ ਇਹਨਾਂ ਵਹੀਕਲਸ ਨੂੰ ਜ਼ਿਆਦਾ ਖਤਰਾ ਹੋ ਸਕਦਾ ਆ। ਕਰਦੇ ਕੀ ਆ ਕਿ ਜਿਹੜੀ ਰਿਮੋਟ ਦੇ ਨਾਲ ਆਪਾਂ ਕਾਰ ਦੇ ਵਿੱਚ ਐਂਟਰੀ ਕਰਦੇ ਹਾਂ, ਬਹੁਤ ਹੀ ਸੋਫਿਸਟੀਕੇਟਡ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਆਪਣੇ ਜਦੋਂ ਚਾਬੀ ਰੱਖੀ ਹੁੰਦੀ ਆ ਤਾਂ ਉਹਨੂੰ ਕਿਸੇ ਤਰੀਕੇ ਦੇ ਨਾਲ ਉਹ ਵਹੀਕਲਸ ਨੂੰ ਕਿਸੇ ਤਰੀਕੇ ਦੇ ਨਾਲ ਉਹਦਾ ਸਿਗਨਲ ਲੈ ਕੇ ਟਰਾਂਸਮਿਟਰ ਦੇ ਨਾਲ, ਜਿਹਨੂੰ ਰਿਲੇ ਅਟੈਕ ਕਿਹਾ ਜਾਂਦਾ, ਉਸ ਚਾਬੀ ਨੂੰ ਕੈਪਚਰ ਕਰ ਲਿਆ ਜਾਂਦਾ। ਤੁਹਾਡੇ ਉਸ ਸਿਗਨਲ ਨੂੰ, ਜਿਹੜਾ ਚਾਬੀ ਦੇ ਵਿੱਚ ਸਿਗਨਲ ਆ, ਉਹਨੂੰ ਕੈਪਚਰ ਕਰ ਲਿਆ ਜਾਂਦਾ ਇੱਕ ਵਾਇਰਲੈਸ ਟਰਾਂਸਮਿਟਰ ਦੇ ਥਰੂ, ਤੇ ਟਰੱਕ ਨੂੰ ਖੋਲ੍ਹ ਲਿਆ ਜਾਂਦਾ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੱਸ ਰਹੀ ਆ ਕਿ ਇਹ ਪੂਰੇ ਕੈਨੇਡੀਅਨ ਨੂੰ ਲਗਭਗ $1 ਬਿਲੀਅਨ ਚੋਰੀ ਜਿਹੜੀ ਆ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਕੁਦਰਤੀ ਤੌਰ 'ਤੇ ਇੰਸ਼ੋਰੈਂਸ ਸਾਰਿਆਂ ਦਾ ਹੀ ਵੱਧਦਾ, $1 ਬਿਲੀਅਨ ਇੱਕ ਸਾਲ ਦੇ ਵਿੱਚ। ਔਰ ਇਹ ਹਰ ਇੱਕ ਐਵਰੇਜ ਡਰਾਈਵਰ ਦਾ ਜਿਹੜਾ ਇੰਸ਼ੋਰੈਂਸ ਆ ਉਹਨੂੰ ਵਧਾ ਰਹੇ ਆ। ਇਸ ਮਾਮਲੇ ਦੇ ਵਿੱਚ ਜਿਹੜੀ ਇੱਕ ਲਿਸਟ ਜਾਰੀ ਕੀਤੀ ਗਈ ਆ ਕਿ ਜੇਕਰ ਤੁਸੀਂ ਫੋਰਡ F150 ਸੀਰੀਜ਼ ਜਾਂ F250 ਸੀਰੀਜ਼, 350 ਸੀਰੀਜ਼, 450 ਸੀਰੀਜ਼ ਦੇ ਟਰੱਕ ਚਲਾ ਰਹੇ ਹੋ, ਸਭ ਤੋਂ ਵੱਧ ਚਾਂਸ ਆ ਕਿ ਇਹ ਚੋਰੀ ਹੋ ਜਾਣ। ਇਸੇ ਤਰ੍ਹਾਂ 2018 ਹੋਂਡਾ CR-V ਸੀਰੀਜ਼ ਆ, 2005 ਜਿਹੜੀ ਸ਼ੈਵਰਲੇ GMC ਆ, ਤੇ ਇਸੇ ਤਰ੍ਹਾਂ 2019 ਡੌਜ ਰੈਮ 1500 ਸੀਰੀਜ਼ ਜਾਂ 2500 ਸੀਰੀਜ਼, 3500 ਸੀਰੀਜ਼, 2017 ਲੈਕਸਸ RX 350 ਸੀਰੀਜ਼ ਜਾਂ RX 450 ਸੀਰੀਜ਼। ਇਹਨਾਂ ਦੇ ਵਿੱਚੋਂ ਜੇ ਕੋਈ ਵੀ ਕਾਰ ਜਾਂ ਟਰੱਕ ਤੁਸੀਂ ਚਲਾ ਰਹੇ ਹੋ ਤਾਂ ਇਹਦਾ ਸਭ ਤੋਂ ਵੱਧ ਖਤਰਾ ਹੈ ਟੌਪ 10 ਦੀ ਲਿਸਟ ਦੇ ਵਿੱਚ ਆਉਂਦੇ ਆ,
6ਵੇਂ ਨੰਬਰ ਦੇ ਉੱਤੇ ਦੱਸਦੇ ਆ ਕਿ ਹੋਂਡਾ ਸਿਵਿਕ ਸੀਰੀਜ਼ ਜਿਹੜੀ ਹੈ ਇਹ ਸਭ ਤੋਂ ਵੱਧ ਚੋਰੀ ਹੁੰਦੀ ਹੈ, ਤੇ ਇਹਦੇ ਤੋਂ ਬਾਅਦ 2019 ਟੋਇਟਾ ਹਾਈਲੈਂਡਰ ਸੀਰੀਜ਼, ਫਿਰ 2017 ਜਿਹੜੀ ਡੌਜ ਤੇ ਕ੍ਰਾਈਸਲਰ ਦੀਆਂ ਜਿਹੜੀਆਂ ਸੀਰੀਜ਼ ਆ, ਕਾਰਾਵਨ ਸੀਰੀਜ਼ ਆ, ਇਹ ਸਭ ਤੋਂ ਵੱਧ ਚੋਰੀ ਹੁੰਦੀ ਆ। 9ਵੇਂ ਨੰਬਰ ਤੇ 2017 ਦੀ ਟੋਇਟਾ ਕਰੋਲਾ ਸੀਰੀਜ਼, ਤੇ 10ਵੇਂ ਨੰਬਰ ਦੇ ਉੱਤੇ 2018 ਦੀ ਹੋਂਡਾ ਅਕੋਰਡ ਸੀਰੀਜ਼। ਸੋ ਜੇ ਇਹ ਵਹੀਕਲਸ ਤੁਹਾਡੇ ਕੋਲ ਨੇ ਤਾਂ ਤੁਹਾਨੂੰ ਜ਼ਿਆਦਾ ਕੇਅਰਫੁਲ ਹੋਣ ਦੀ ਲੋੜ ਆ। ਭਾਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਕੋਲ ਬਹੁਤ ਵਧੀਆ ਸਿਕਿਉਰਿਟੀ ਸਿਸਟਮ ਇਹਨਾਂ ਕਾਰਾਂ ਦੇ ਵਿੱਚ ਹੈਗਾ ਆ, ਪਰ ਉਸ ਸਿਸਟਮ ਨੂੰ ਚੋਰੀ ਕਰਨ ਦਾ, ਉਹਨੂੰ ਹੈਕ ਕਰਨ ਦਾ ਤੇ ਤੁਹਾਡੀ ਕਾਰ ਨੂੰ ਖੋਲ੍ਹ ਕੇ ਸਟਾਰਟ ਕਰਨ ਦਾ ਤਰੀਕਾ ਇਹਨਾਂ ਚੋਰਾਂ ਦੇ ਕੋਲ ਜ਼ਿਆਦਾ ਆ। ਜਿੱਥੇ ਇਹ ਟਰੱਕ, SUV, ਸੈਮੀ ਟਰੱਕ ਜਾਂ ਹੋਰ ਜਿਹੜੇ ਵਹੀਕਲ ਚੋਰੀ ਕੀਤੇ ਜਾਂਦੇ ਆ, ਉੱਥੇ ਸਭ ਤੋਂ ਜ਼ਿਆਦਾ ਪੁਲਿਸ ਇਸ ਵੇਲੇ ਨਜ਼ਰ ਰੱਖ ਰਹੀ ਆ। ਤੇ ਜਿਹੜੀ ਘਟਨਾ ਐਬਸਫੋਰਡ ਦੇ ਵਿੱਚ ਵਾਪਰੀ ਆ ਕਿ ਅਲਬਰਟਾ ਦਾ ਵਿਅਕਤੀ ਸ਼ਰੇਆਮ ਟਰੱਕ ਚੋਰੀ ਕਰਕੇ ਦੌੜ ਰਿਹਾ ਤੇ ਫਿਰ ਉਹਦੇ ਤੋਂ ਬਾਅਦ ਇੱਕ ਹੋਰ ਟਰੱਕ ਚੋਰੀ ਕਰਕੇ ਦੌੜਨ ਦੀ ਕੋਸ਼ਿਸ਼ ਕਰਦਾ, ਪਬਲਿਕ ਤੇ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਫੜ ਲਿਆ ਗਿਆ। ਇਹ ਵੀ ਦੱਸਿਆ ਗਿਆ ਕਿ ਜਿਹੜੇ ਪੁਰਾਣੇ ਮਾਡਲ ਦੇ ਪਿਕਅਪ ਟਰੱਕਸ ਨੇ ਉਹ ਜ਼ਿਆਦਾ ਚੋਰੀ ਹੋ ਰਹੇ ਆ, ਉਹਨਾਂ ਦੇ ਵਿੱਚ ਕੁਛ ਨਾ ਕੁਛ ਇਦਾਂ ਦੀ ਟੈਕਨੋਲੋਜੀ ਨਹੀਂ ਹੈ ਜਿਹਦੇ ਨਾਲ ਬਚਿਆ ਜਾ ਸਕਦਾ ਆ। ਜਿਹੜੇ ਵਹੀਕਲਸ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਨਾਲ ਰੱਖਣ ਦੀ ਲੋੜ ਆ, ਤੇ ਖਾਸ ਕਰਕੇ ਜਿਹੜੇ ਪੁਰਾਣੇ ਤਰੀਕੇ ਚੋਰਾਂ ਤੋਂ ਬਚਣ ਦੇ ਆ, ਜਿਸ ਤਰ੍ਹਾਂ ਦਾ ਸਟੀਅਰਿੰਗ ਦੇ ਵਿੱਚ ਇੱਕ ਡੰਡਾ ਜਿਹਾ ਫਸਾ ਕੇ ਲੌਕ ਕੀਤਾ ਜਾਂਦਾ, ਜਾਂ ਬ੍ਰੇਕ ਜਾਂ ਰੇਸ ਪੈਡਲ ਦੇ ਨਾਲ ਸਟੀਅਰਿੰਗ ਨੂੰ ਲੌਕ ਕੀਤਾ ਜਾਂਦਾ, ਉਹਦੇ ਨਾਲ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਬਚਾਇਆ ਜਾ ਸਕਦਾ। ਇਸ ਵਿਅਕਤੀ ਨੂੰ, ਅਲਬਰਟਾ ਨਿਵਾਸੀ ਨੂੰ ਚੋਰੀ ਕੀਤੇ ਟਰੱਕ ਸਮੇਤ ਫੜਨਾ ਇੱਕ ਪੁਲਿਸ ਦੀ, ਪਬਲਿਕ ਦੀ ਆਪਸ ਦੇ ਵਿੱਚ ਤਾਲਮੇਲ ਦੀ, ਤੇ ਵੱਖ-ਵੱਖ ਰੀਜਨ ਦੀ ਪੁਲਿਸ ਦੀ ਆਪਸ ਵਿੱਚ ਤਾਲਮੇਲ ਦੀ ਇੱਕ ਬਹੁਤ ਵਧੀਆ ਉਦਾਹਰਨ ਹੈ। ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ, ਇਹਨੇ ਲਗਭਗ ਸਾਰਿਆਂ ਦੇ ਉੱਤੇ ਅਸਰ ਪਾਇਆ। ਮੰਨਿਆ ਜਾਂਦਾ ਕਿ ਪੈਂਡੈਮਿਕ ਨੇ ਦੁਨੀਆ ਦੇ ਵਿੱਚ ਸਾਰੇ ਕਾਰੋਬਾਰ ਨੂੰ ਰੋਕ ਦਿੱਤਾ, ਆਰਥਿਕਤਾ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ, ਲੋਕਾਂ ਦੀ ਸਿਹਤ ਦੇ ਉੱਤੇ ਬੁਰਾ ਪ੍ਰਭਾਵ ਪਿਆ। ਪਰ ਸੱਚਾਈ ਦਰਅਸਲ ਇਹ ਨਹੀਂ ਹੈ। ਇਸ ਪੈਂਡੈਮਿਕ ਨੇ ਸਾਰਿਆਂ ਨੂੰ ਬਰਾਬਰ ਦਾ ਪ੍ਰਭਾਵਿਤ ਨਹੀਂ ਕੀਤਾ। ਜਿਹੜੇ ਪਹਿਲਾਂ ਹੀ ਅਮੀਰ ਆ, ਬਿਲੀਅਨਰ ਆ, ਕਿਹਾ ਜਾ ਰਿਹਾ ਕਿ ਉਹਨਾਂ ਦੀ ਆਮਦਨ ਦੇ ਵਿੱਚ ਕਮੀ ਨਹੀਂ ਹੋਈ, ਸਗੋਂ ਉਹਨਾਂ ਦੀ ਆਮਦਨ ਵੱਧ ਗਈ, ਆਮ ਲੋਕਾਂ ਦੀ ਆਮਦਨ ਘਟ ਗਈ ਜਾਂ ਉਹਨਾਂ ਨੂੰ ਬਹੁਤ ਸਖਤ ਹਾਲਤਾਂ ਦੇ ਵਿੱਚ ਕੰਮ ਕਰਨਾ ਪਿਆ। ਆਕਸਫੈਮ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਆ ਜਿਹੜੀ ਬ੍ਰਿਟਿਸ਼ ਦੇ ਵਿੱਚ ਬਣਾਈ ਗਈ ਸੀ ਬਹੁਤ ਸਾਰੀਆਂ ਚੈਰੀਟੇਬਲ ਆਰਗੇਨਾਈਜੇਸ਼ਨ ਦੇ ਨਾਲ, ਜਿਹੜੀ ਵਿਸ਼ਵ ਦੀ ਗਰੀਬੀ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕਰਦੀ ਹੈ। 1942 ਦੇ ਵਿੱਚ ਇਹ ਆਕਸਫੈਮ ਇੰਟਰਨੈਸ਼ਨਲ ਨੇ ਬਣਾਈ ਸੀ। ਸੋ ਇੱਕ ਐਂਟੀ ਪਾਵਰਟੀ ਆਰਗੇਨਾਈਜੇਸ਼ਨ ਆ। ਇਹਨੇ ਇੱਕ ਸਲਾਹ ਦਿੱਤੀ ਹੈ ਇਸ ਵੇਲੇ, ਇੱਕ ਫਾਈਂਡਿੰਗਸ ਆ ਇਹਦੀਆਂ, ਇੱਕ ਇਹਨਾਂ ਦਾ ਐਨਾਲਿਸਿਸ ਆ, ਉਹਦੇ ਤੋਂ ਬਾਅਦ ਇੱਕ ਰਾਏ ਆ। ਇਹਨਾਂ ਦੀ ਰਾਏ ਕੀ ਆ? ਆਕਸਫੈਮ ਇਹ ਕਹਿ ਰਹੀ ਆ ਕਿ ਜਿਹੜੇ ਇੱਕ ਵਾਰੀ ਵਨ ਟਾਈਮ 99% ਟੈਕਸ ਦੁਨੀਆ ਦੇ ਅਰਬਪਤੀ ਬੰਦਿਆਂ ਦੇ ਉੱਤੇ ਲਾ ਦਿਓ, ਤੇ ਉਹਦੇ ਤੋਂ ਬਾਅਦ ਜਿਹੜਾ ਉਸ ਟੈਕਸ ਤੋਂ ਪੈਸਾ ਆਊਗਾ ਉਹਨੂੰ ਗਰੀਬ ਦੇਸ਼ਾਂ ਦੇ ਵਿੱਚ ਵੈਕਸੀਨ ਬਣਾਉਣ ਤੇ ਵੰਡਣ ਦੇ ਉੱਤੇ ਲਾ ਦਿਓ। ਇਹਦੇ ਨਾਲ ਹੋਊਗਾ ਕਿ ਜਿਹੜੀ ਇਨਇਕੁਐਲਿਟੀ ਆ, ਜਿਹੜੀ ਕਰੋਨਾ ਵਾਇਰਸ ਪੈਂਡੈਮਿਕ ਨੇ ਕ੍ਰੀਏਟ ਕੀਤੀ ਆ, ਉਹ ਖਤਮ ਹੋ ਜੂਗੀ। ਆਕਸਫੈਮ ਦਾ ਕਹਿਣਾ ਆ ਕਿ ਇਹਨਾਂ ਅਮੀਰ ਲੋਕਾਂ ਦੀ ਆਮਦਨ ਘਟੀ ਨਹੀਂ, ਸਗੋਂ ਪੈਂਡੈਮਿਕ ਦੇ ਵਿੱਚ ਆਮਦਨ ਵਧੀ ਹੈ। ਇਸ ਤਰੀਕੇ ਦੇ ਨਾਲ ਇਸ ਇਨਇਕੁਐਲਿਟੀ ਨੂੰ ਦੂਰ ਕੀਤਾ ਜਾ ਸਕਦਾ। ਜਿਹੜੇ ਸੁਪਰ ਰਿਚ ਲੋਕ ਨੇ, ਥੋੜੇ ਜਿਹੇ ਲੋਕ ਨੇ, ਜਿੰਨੀ ਉਹਨਾਂ ਦੀ ਇਸ ਪੈਂਡੈਮਿਕ ਦੇ ਵਿੱਚ ਉਹਨਾਂ ਦੀ ਆਰਥਿਕ ਰੂਪ ਦੇ ਵਿੱਚ ਆਮਦਨ ਦੇ ਵਿੱਚ ਵਾਧਾ ਹੋਇਆ, ਦੱਸਿਆ ਜਾ ਰਿਹਾ ਕਿ ਇਹ ਬਹੁਤ ਜ਼ਿਆਦਾ ਆ। ਦੂਜੇ ਪਾਸੇ ਜਿਹੜੇ ਗਰੀਬ ਦੇਸ਼ ਨੇ ਉਹ ਸਭ ਤੋਂ ਵੱਧ ਕੋਵਿਡ-19 ਦੇ ਵਿੱਚ, ਭਾਵੇਂ ਉਹਨਾਂ ਦੇ ਦੇਸ਼ਾਂ ਦੇ ਵਿੱਚ ਕੋਵਿਡ-19 ਉਹਨਾਂ ਨਹੀਂ ਫੈਲਿਆ ਸੀ, ਦੂਜੇ ਦੇਸ਼ਾਂ ਦੇ ਵਿੱਚ ਕੋਵਿਡ-19 ਸਭ ਤੋਂ ਵੱਧ ਫੈਲਿਆ ਸੀ, ਪਰ ਉਹਦਾ ਖਾਮਿਆਜਾ ਉਹਨਾਂ ਨੂੰ ਸਭ ਤੋਂ ਵੱਧ ਭੁਗਤਣਾ ਪਿਆ। ਇਸ ਵੇਲੇ ਜਿਹੜੀ ਇੱਕ ਬਹੁਤ ਗਲਤ ਤਰੀਕੇ ਦੇ ਨਾਲ ਵੈਕਸੀਨ ਨਹੀਂ ਮਿਲ ਰਹੀ ਉਹਨਾਂ ਨੂੰ, ਜਿਹੜੀ ਅਨਇਕੁਅਲ ਐਕਸੈਸ ਆ, ਜਿਹੜੀ ਕਿ ਇੱਕ ਬਹੁਤ ਗਲਤ ਗੱਲ ਦੱਸੀ ਜਾ ਰਹੀ ਹੈ ਕਿ ਦੁਨੀਆ ਦੇ ਦੇਸ਼ਾਂ ਦੇ ਵਿੱਚ ਜਿਹੜਾ ਅਮੀਰ ਦੇਸ਼ ਆ ਉਹਦੇ ਕੋਲੇ ਵਾਧੂ ਵੈਕਸੀਨ ਪਈ ਆ, ਜਿਹੜੇ ਗਰੀਬ ਦੇਸ਼ ਆ ਉਹਨਾਂ ਕੋਲੇ ਵੈਕਸੀਨ ਪਹੁੰਚ ਹੀ ਨਹੀਂ ਰਹੀ। ਆਕਸਫੈਮ ਇਹ ਰਿਪੋਰਟ ਦੇ ਵਿੱਚ ਕਹਿ ਰਿਹਾ ਕਿ ਜਿਹੜੀ ਦੁਨੀਆ ਵਰਲਡ ਇਕਨੋਮਿਕ ਫੋਰਮ ਆਨਲਾਈਨ ਗੈਦਰਿੰਗ ਹੋਣੀ ਆ, ਜਿਹਦੇ ਉੱਤੇ ਬਹੁਤ ਸਾਰੇ ਡਿਬੇਟ ਕੀਤੇ ਜਾਣੇ ਆ ਐਸੇ ਹਫ਼ਤੇ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ, ਉਹਦੇ ਤੋਂ ਪਹਿਲਾਂ ਇਸ ਮਾਮਲੇ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਕਿ ਪੈਂਡੈਮਿਕ ਨੇ ਅਮੀਰ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਆ, ਉਹਨਾਂ ਦੇ ਲਈ ਇਹ ਚੀਜ਼ ਬਹੁਤ ਚੰਗੀ ਸਿੱਧ ਹੋ ਰਹੀ ਹੈ। ਆਕਸਫੈਮ ਇੰਟਰਨੈਸ਼ਨਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਗੈਬਰੀਆ ਬੁਚਰ, ਉਹ ਦੱਸ ਰਹੇ ਆ ਇੱਕ ਇੰਟਰਵਿਊ ਦੇ ਵਿੱਚ ਕਿ ਜਦੋਂ ਸਰਕਾਰਾਂ ਇਹ ਰੈਸਕਿਊ ਪੈਕੇਜ ਦੇ ਰਹੀਆਂ ਸੀ, ਕਿੰਨੇ ਟ੍ਰਿਲੀਅਨ ਡਾਲਰ ਉਹਨਾਂ ਨੇ ਇਕਨੋਮੀ ਦੇ ਵਿੱਚ ਪੰਪ ਕੀਤਾ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ, ਤਾਂ ਕਿ ਇਕਨੋਮੀ ਨੂੰ ਸਪੋਰਟ ਮਿਲ ਸਕੇ। ਸਾਰੀਆਂ ਸਰਕਾਰਾਂ ਨੇ ਕਈ ਅਰਬਾਂ ਖਰਬਾਂ ਡਾਲਰ ਇਹਦੀ ਇਕਨੋਮੀ ਦੇ ਵਿੱਚ ਪਾਇਆ,
ਉਹ ਕਹਿ ਰਹੇ ਆ, ਆਕਸਫੈਮ ਇਹ ਕਹਿ ਰਹੀ ਆ ਕਿ ਇਹਨਾਂ ਦੇ ਵਿੱਚੋਂ ਬਹੁਤਾ ਹਿੱਸਾ ਅਮੀਰਾਂ ਨੂੰ ਚਲੇ ਗਿਆ, ਬਿਲੀਅਨਰਸ ਦੀਆਂ ਜੇਬਾਂ ਦੇ ਵਿੱਚ ਚਲਿਆ ਗਿਆ, ਗਰੀਬਾਂ ਕੋਲ ਇਹਦਾ ਓਨਾ ਫਾਇਦਾ ਨਹੀਂ ਹੋਇਆ। ਵੈਕਸੀਨ ਡਿਵੈਲਪਮੈਂਟ ਆ ਜਿਹੜੀ ਇਸ ਪੈਂਡੈਮਿਕ ਦੇ ਵਿੱਚ ਬਹੁਤ ਵੱਡੀ ਇੱਕ ਸਕਸੈਸ ਸਟੋਰੀ ਆ, ਤੇ ਇਹ ਅਮੀਰ ਦੇਸ਼ਾਂ ਦੇ ਕੋਲ ਸਭ ਤੋਂ ਜ਼ਿਆਦਾ ਇਹਨਾਂ ਫਾਰਮਾ ਕੰਪਨੀਆਂ ਨੇ ਉਹਨਾਂ ਨੂੰ ਦਿੱਤੀ ਹੈ। ਜਦੋਂ ਮਾਰਚ 2020 ਦੇ ਵਿੱਚ ਪੈਂਡੈਮਿਕ ਸ਼ੁਰੂ ਹੋਈ ਸੀ, ਦੱਸਦੇ ਆ ਕਿ ਹਰ ਮਿੰਟ ਇੱਕ ਨਵਾਂ ਬਿਲੀਅਨਰ ਜਿਹੜਾ ਉਹ ਖੱਟ ਰਿਹਾ ਸੀ, ਇਹਦੇ ਵਿੱਚੋਂ ਕਮਾਈ ਕਰ ਰਿਹਾ ਸੀ। ਦੁਨੀਆ ਦੇ 10 ਸਭ ਤੋਂ ਅਮੀਰ ਆਦਮੀ, ਜਿਨ੍ਹਾਂ ਦੇ ਵਿੱਚ ਐਲਨ ਮਸਕ ਵੀ ਆ, ਜੈਫ ਬਜੋਸ ਵੀ ਆ, ਬਿਲ ਗੇਟਸ ਵੀ ਆ, ਦੱਸ ਰਹੇ ਆ ਕਿ ਦੁੱਗਣੇ ਤੋਂ ਵੀ ਜ਼ਿਆਦਾ 1.5 ਟ੍ਰਿਲੀਅਨ ਇਹਨਾਂ ਦੀ ਜਿਹੜੀ ਆ ਆਮਦਨੀ ਵਧੀ ਆ ਇਸ ਸਮੇਂ ਦੇ ਵਿੱਚ, ਜਿਹੜੀ ਕਿ ਦੁਨੀਆ ਦੀਆਂ ਇਹ ਫਿਰ ਵੀ ਮਤਲਬ 6 ਗੁਣਾ ਜ਼ਿਆਦਾ ਅਮੀਰ ਨੇ ਦੁਨੀਆ ਦੀ 3.1 ਬਿਲੀਅਨ ਜਿਹੜੇ ਲੋਕ ਨੇ ਉਹਨਾਂ ਨਾਲੋਂ ਜ਼ਿਆਦਾ। ਦੱਸਿਆ ਜਾ ਰਿਹਾ ਕਿ 160 ਮਿਲੀਅਨ ਹੋਰ ਲੋਕ ਗਰੀਬੀ ਵੱਲ ਧੱਕੇ ਗਏ ਆ ਐਸੇ ਸਮੇਂ ਦੇ ਵਿੱਚ। ਇੱਕ ਪਾਸੇ ਜਦੋਂ ਬਿਲੀਅਨਰ ਜਿਹੜੇ ਆ ਦੁਨੀਆ ਦੇ 10 ਬਿਲੀਅਨਰ ਉਹ ਅਮੀਰ ਹੋ ਰਹੇ ਆ, ਹੋਰ ਅਮੀਰ ਹੋ ਰਹੇ ਆ, ਉਹਨਾਂ ਦੀ ਆਮਦਨ ਦੁੱਗਣੀ ਹੋ ਰਹੀ ਆ, ਦੂਜੇ ਪਾਸੇ ਦੁਨੀਆ ਦੇ 160 ਮਿਲੀਅਨ ਲੋਕ ਗਰੀਬੀ ਦੇ ਵਿੱਚ ਚਲੇ ਗਏ, ਕਿਉਂਕਿ ਇਸ ਪੈਂਡੈਮਿਕ ਨੇ ਆਰਥਿਕਤਾ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪਾਇਆ। ਜਿਹੜੀ ਫੋਰਬਸ 21 ਦੀ ਬਿਲੀਅਨਰ ਲਿਸਟ ਆ ਉਹਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ। ਹੁਣ ਕਿਹਾ ਕੀ ਜਾ ਰਿਹਾ, ਆਕਸਫੈਮ ਇਹ ਕਹਿ ਰਿਹਾ ਜਿਹੜੇ ਅਮੀਰ ਦੇਸ਼ ਆ ਕਿ ਜਿਹੜੀ ਕੋਵਿਡ-19 ਦੀ ਵੈਕਸੀਨ ਦੀ ਇੰਟੈਲੈਕਚੁਅਲ ਪ੍ਰੋਪਰਟੀ ਆ ਉਹਨੂੰ ਵੇਵ ਕਰ ਦੇਣ, ਕਿ ਇਹ ਕਿਸੇ ਦੀ ਮਲਕੀਅਤ ਨਾ ਬਣ ਕੇ ਰਹਿ ਜਾਵੇ। ਇਹਨੂੰ ਸਾਰੇ ਦੇਸ਼ਾਂ ਨੂੰ ਫਾਰਮੂਲੇ ਨੂੰ ਦੱਸ ਦਿੱਤਾ ਜਾਵੇ ਕਿ ਕਿੱਦਾਂ ਬਣਦੀ ਹੈ, ਤੇ ਸਾਰੇ ਬਣਾ ਕੇ ਆਪਣਾ ਫਾਇਦਾ ਲੈ ਲੈਣ। ਦੂਜੀ ਗੱਲ, ਕਦੇ 99% ਟੈਕਸ ਲਾਇਆ ਜਾਵੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੇ ਉੱਤੇ, ਕਿਉਂਕਿ ਇਹਨਾਂ ਨੇ ਇੰਨੀ ਜ਼ਿਆਦਾ ਇਸ ਸਮੇਂ ਦੇ ਵਿੱਚ ਆਮਦਨ ਕੀਤੀ ਆ ਕਿ ਹੋਰ ਕਿਸੇ ਨੇ ਕੀਤੀ ਨਹੀਂ। ਤੇ ਜੇ ਦੁਨੀਆ ਦੇ 10 ਅਮੀਰ ਬੰਦਿਆਂ ਦੇ ਉੱਤੇ 99% ਟੈਕਸ ਲਾ ਦਿੱਤਾ ਜਾਵੇ ਤਾਂ ਇਹਦੇ ਨਾਲ 800 ਬਿਲੀਅਨ ਡਾਲਰ ਇਕੱਠਾ ਹੋ ਸਕਦਾ, ਜਿਹੜਾ ਦੂਜੇ ਸੋਸ਼ਲ ਕੰਮਾਂ ਦੇ ਲਈ ਤੇ ਇਸ ਪੈਂਡੈਮਿਕ ਨੂੰ ਦੂਰ ਕਰਨ ਦੇ ਲਈ ਵਰਤਿਆ ਜਾ ਸਕਦਾ। ਇਹ ਵੀ ਦੱਸਦੇ ਆ ਕਿ ਇਹਦੇ ਨਾਲ ਵੈਕਸੀਨ ਵੀ ਪੂਰੀ ਦੁਨੀਆ ਨੂੰ ਫ੍ਰੀ ਲੱਗ ਜੂਗੀ, ਪੂਰਾ ਹੈਲਥ ਸਿਸਟਮ ਜਿਹੜਾ ਠੀਕ ਠਾਕ ਹੋ ਜਾਊਗਾ, ਤੇ ਇਹਦੇ ਨਾਲ ਹੀ ਜਿਹੜਾ ਕਲਾਈਮੇਟ ਚੇਂਜ ਦਾ ਡੈਮੇਜ ਆ ਉਹ ਵੀ ਠੀਕ ਹੋ ਜਾਊਗਾ। ਬਹੁਤ ਸਾਰੀਆਂ ਜਿਹੜੀਆਂ ਜੈਂਡਰ ਬੇਸਡ ਵਾਇਲੈਂਸ ਦੀਆਂ ਪਾਲਿਸੀ ਆ ਉਹਨਾਂ ਨੂੰ ਵੀ ਮਦਦ ਮਿਲੂਗੀ। ਇਹਦੇ ਬਾਵਜੂਦ ਵੀ ਜਿਹੜੇ 10 ਸਭ ਤੋਂ ਅਮੀਰ ਲੋਕ ਨੇ, ਜਿਹੜੇ ਬਿਲੀਅਨਰ ਨੇ, ਇਹ 8 ਬਿਲੀਅਨ ਪਹਿਲਾਂ ਨਾਲੋਂ ਜ਼ਿਆਦਾ ਹੋਰ ਅਮੀਰ ਰਹਿਣਗੇ ਜਦੋਂ ਕਿ ਇਹ ਪੈਂਡੈਮਿਕ ਸ਼ੁਰੂ ਹੋਈ ਸੀ ਮਾਰਚ 2020 ਦੇ ਵਿੱਚ, ਕਿ ਬਾਵਜੂਦ ਇਹਨਾਂ ਟੈਕਸ ਲਾਉਣ ਦੇ ਵੀ ਇਹ ਪਹਿਲਾਂ ਨਾਲੋਂ 8 ਬਿਲੀਅਨ ਡਾਲਰ ਹੋਰ ਅਮੀਰ ਹਜੇ ਵੀ ਰਹਿਣਗੇ। ਸੋ ਜੇ ਇਹਨਾਂ ਦੇ ਉੱਤੇ ਆਕਸਫੈਮ ਕਹਿ ਰਹੀ ਹੈ ਕਿ ਟੈਕਸ ਲਾ ਦਿੱਤਾ ਜਾਵੇ ਤਾਂ ਪੂਰੀ ਦੁਨੀਆ ਦਾ ਭਲਾ ਹੋ ਸਕਦਾ। ਹਾਲਾਂਕਿ ਇਹ ਗੱਲ ਪ੍ਰੈਕਟੀਕਲ ਕਿੰਨੀ ਕੁ ਹੁੰਦੀ ਹੈ ਇਹ ਸਮਾਂ ਦੱਸੂਗਾ ਕਿ ਉਹਨਾਂ ਦੇ ਉੱਤੇ ਟੈਕਸ ਲਾਇਆ ਜਾਂਦਾ ਜਾਂ ਨਹੀਂ ਲਾਇਆ ਜਾਂਦਾ, ਕੌਣ ਇਹਨਾਂ ਦੇ ਉੱਤੇ ਟੈਕਸ ਲਾਊਗਾ। ਸੋ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜੇ US ਤੇ ਚਾਈਨਾ ਆ ਦੁਨੀਆ ਦੀ 2 ਸਭ ਤੋਂ ਵੱਡੀਆਂ ਇਕੋਨਮੀਜ਼ ਨੇ, ਤੇ ਇਹਨਾਂ ਨੇ ਇਹਨਾਂ ਪਾਲਿਸੀਜ਼ ਨੂੰ ਕੰਸੀਡਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਇਸ ਇਨਇਕੁਐਲਿਟੀ ਨੂੰ ਦੂਰ ਕੀਤਾ ਜਾ ਸਕੇ। ਜਿਸ ਤਰੀਕੇ ਨਾਲ ਇਹ ਟੈਕਸ ਵਧਾ ਰਹੇ ਆ ਅਮੀਰ ਲੋਕਾਂ ਦੇ ਉੱਤੇ, ਜਾਂ ਜਿਹੜੀ ਕੁਛ ਐਕਸ਼ਨਸ ਲਏ ਜਾ ਰਹੇ ਆ ਕਾਰਪੋਰੇਟ ਮੋਨੋਪੋਲੀਜ਼ ਦੇ ਉੱਤੇ, ਇਹਦੇ ਨਾਲ ਕੁਛ ਨਾ ਕੁਛ ਜਿਹੜਾ ਫਰਕ ਆ ਉਹ ਹੋ ਸਕਦਾ। ਤੇ ਇਹ ਕਹਿੰਦੇ ਜਿਹੜਾ ਇਹ ਕਰਨਾ, ਆਕਸਫੈਮ ਇਹ ਕਹਿ ਰਹੀ ਆ ਕਿ ਇਹ ਅਸੰਭਵ ਨਹੀਂ ਆ, ਕਿ ਇਹ ਜਿਹੜੀ ਆ ਇਹ ਇਦਾਂ ਨਹੀਂ ਹੈ ਕਿ ਹੋ ਨਹੀਂ ਸਕਦਾ। ਇਸੇ ਕਰਕੇ ਉਹ ਕਹਿੰਦੇ ਸਾਨੂੰ ਇਸ ਗੱਲ ਦੀ ਆਸ ਆ, ਤੇ ਇਸ ਗੱਲ ਦੇ ਉੱਤੇ ਡਿਬੇਟ ਵੀ ਹੋਣਾ ਚਾਹੀਦਾ ਆ, ਤੇ ਇਹਦੇ ਉੱਤੇ ਗੱਲਬਾਤ ਦੁਨੀਆ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ 10 ਲੋਕਾਂ ਦੇ ਉੱਤੇ 99% ਟੈਕਸ ਲਾ ਕੇ ਉਹ ਸਾਰਾ ਪੈਸਾ ਲੋਕਾਂ ਦੀ ਭਲਾਈ ਦੇ ਲਈ, ਇਸ ਪੈਂਡੈਮਿਕ ਨੂੰ ਖਤਮ ਕਰਨ ਦੇ ਲਈ ਤੇ ਦੂਜੀਆਂ ਇਨਇਕੁਐਲਿਟੀਜ਼ ਖਤਮ ਕਰਨ ਦੇ ਲਈ ਵਰਤਿਆ ਜਾਵੇ। ਇਸ ਪੈਂਡੈਮਿਕ ਦਾ ਪੂਰੇ ਲੋਕਾਂ ਦੇ, ਪੂਰੀ ਦੁਨੀਆ ਦੇ ਉੱਤੇ ਅਸਰ ਪਿਆ। ਇਸ ਪੈਂਡੈਮਿਕ ਨੇ ਇੱਕ ਟੀਚਰ ਤੇ ਸਟੂਡੈਂਟ ਦੇ ਆਪਸੀ ਰਿਸ਼ਤੇ ਨੂੰ ਵੀ ਪ੍ਰਭਾਵਿਤ ਕੀਤਾ। ਬਹੁਤ ਸਾਰੇ ਬੱਚੇ ਆਨਲਾਈਨ ਲਰਨਿੰਗ ਦੇ ਲਈ ਚਲੇ ਗਏ, ਰਿਮੋਟ ਲਰਨਿੰਗ ਦੇ ਲਈ ਚਲੇ ਗਏ। ਇਨ ਪਰਸਨ ਟੀਚਿੰਗ ਪੂਰੀ ਦੁਨੀਆ ਦੇ ਵਿੱਚ ਪ੍ਰਭਾਵਿਤ ਹੋਈ। ਕਈ ਅਧਿਆਪਕ ਆਪਣਾ ਸਿਰ ਤੋੜ ਯਤਨ ਕਰ ਰਹੇ ਆ ਕਿ ਉਹ ਇਸ ਪੈਂਡੈਮਿਕ ਦੇ ਵਿੱਚ ਇਹਨਾਂ ਬੱਚਿਆਂ ਨੂੰ ਮਦਦ ਕਰ ਸਕਣ, ਇਹਨਾਂ ਬੱਚਿਆਂ ਨੂੰ ਸਹਾਇਤਾ ਦੇ ਸਕਣ, ਤਾਂ ਕਿ ਕਿਸੇ ਕਿਸਮ ਦੇ ਮਾਨਸਿਕ ਤਣਾਅ ਤੋਂ ਇਹ ਬੱਚੇ ਦੂਰ ਰਹਿਣ। ਅੰਟੈਰੀਓ ਦੇ ਵਿੱਚ ਹਾਈ ਸਕੂਲ ਟੀਚਰ ਆ, ਇਹ ਅਧਿਆਪਕਾ ਖਾਸ ਤੌਰ ਦੇ ਉੱਤੇ ਚਾਹੁੰਦੀ ਆ ਕਿ ਇਸ ਵੇਲੇ ਜਿਸ ਕਿਸਮ ਦਾ ਸਮਾਂ ਆਇਆ ਉਸ ਵੇਲੇ ਬੱਚਿਆਂ ਨੂੰ ਪਰਸਨਲ ਅਟੈਂਸ਼ਨ ਦੀ ਬਹੁਤ ਲੋੜ ਆ। ਹਰ ਇੱਕ ਬੱਚੇ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਕੋਈ ਉਹਦੇ ਨਾਲ ਆ। ਤੇ ਇਸ ਟੀਚਰ ਨੇ ਇੱਕ ਖਾਸ ਯਤਨ ਸ਼ੁਰੂ ਕੀਤਾ ਇਸ ਸਾਲ ਦੇ ਵਿੱਚ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਹੱਥ ਨਾਲ ਲਿਖ ਕੇ ਚਿੱਠੀਆਂ ਪਾ ਰਹੀ ਆ, ਉਹਨਾਂ ਨੂੰ ਹੌਸਲਾ ਦੇ ਰਹੀ ਆ
के समा लंघ जाना, तुहानूं हौसला रखण दी लोड़ आ। चाਹੁੰਦੀ ਇਹ ਆਏ औरत, ਇਹਦਾ ਨਾਂ ईमान अल अरबी दस्सिया जा रहा, ਤੇ ਇਹ ਚਾਹੁੰਦੀ ਆ ਕਿ मैं ਬੱਚਿਆਂ ਦੇ ਚਿਹਰੇ ਦੇ ਉੱਤੇ ਇੱਕ ਮੁਸਕਾਨ ਲਿਆ ਸਕਾਂ, ਆਪਣੇ ਹੱਥ ਨਾਲ ਆਪਣੇ ਇਹਨਾਂ ਵਿਦਿਆਰਥੀਆਂ ਨੂੰ ਰੋਜ਼ ਚਿੱਠੀਆਂ ਲਿਖਾਂ। HB ਬੀਲ ਸੈਕੰਡਰੀ ਸਕੂਲ ਲੰਡਨ ਦੇ ਵਿੱਚ ਇਹ ਪੜ੍ਹਾ ਰਹੀ ਆ। ਉਹ ਕਹਿੰਦੀ ਮੈਂ ਜਿਸ ਤਰੀਕੇ ਦੇ ਨਾਲ ਇਹ ਚਿੱਠੀਆਂ ਲਿਖ ਰਹੀ ਹਾਂ ਤੇ ਮੈਂ ਆਪਣਾ ਐਂਡ ਪ੍ਰੋਡਕਟ ਦੇਖ ਰਹੀ ਹਾਂ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਖੁਸ਼ ਹੋਣਾ, ਇਹਨਾਂ ਦੇ ਮਨਾਂ ਦੇ ਵਿੱਚ ਖੁਸ਼ੀਆਂ ਤੇ ਖੇੜਾ ਹੋਣਾ ਕਿ ਕਿਸੇ ਟੀਚਰ ਨੇ ਹੱਥ ਨਾਲ ਲਿਖ ਕੇ ਸਾਨੂੰ ਚਿੱਠੀ ਪਾਈ ਆ। ਇੱਕ ਈਮੇਲ ਜਨਰੇਟ ਕਰਕੇ ਇੱਕ ਈਮੇਲ ਲਿਖ ਕੇ ਉਹ ਹਜ਼ਾਰਾਂ ਵਿਦਿਆਰਥੀਆਂ ਨੂੰ ਇਕੱਠੇ ਭੇਜੀ ਜਾ ਸਕਦੀ ਹੈ। ਇਕੱਲੇ ਇਕੱਲੇ ਦਾ ਨਾਮ ਵੀ ਲਿਖਿਆ ਜਾ ਸਕਦਾ ਉੱਤੇ, ਪਰ ਇਸ ਅਧਿਆਪਕਾ ਦਾ ਕਹਿਣਾ ਆ ਕਿ ਉਹਦੇ ਨਾਲ ਇਸ ਕਿਸਮ ਦਾ ਅਹਿਸਾਸ ਬੱਚਿਆਂ ਦੇ ਵਿੱਚ ਨਹੀਂ ਹੁੰਦਾ, ਜਿਹੜਾ ਅਹਿਸਾਸ ਹੱਥ ਨਾਲ ਉਹਨਾਂ ਦੇ ਨਾਂ ਦੇ ਉੱਤੇ ਇੱਕ ਪਰਸਨਲ ਚਿੱਠੀ ਲਿਖਣ ਦਾ ਹੁੰਦਾ ਹੈ। ਉਹ ਕਹਿੰਦੀ ਮੈਂ ਪਿਛਲੇ ਹਫ਼ਤੇ 60 ਚਿੱਠੀਆਂ ਲਿਖੀਆਂ ਤੇ ਐਤਕੀ 20 ਚਿੱਠੀਆਂ ਲਿਖ ਦਿੱਤੀਆਂ ਇਸ ਹਫ਼ਤੇ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਉਹਦੇ ਅਲ ਅਰਬੀ ਦੇ ਸਟੂਡੈਂਟਸ ਆ ਉਹ ਉਹਨੂੰ ਵਾਪਸ ਧੰਨਵਾਦ ਦੀਆਂ ਈਮੇਲਾਂ ਪਾ ਰਹੇ ਆ, ਔਰ ਉਹਦਾ ਇਹ ਯਤਨ ਸਫਲ ਹੋ ਰਿਹਾ। ਵਿਦਿਆਰਥੀਆਂ ਨੂੰ ਇਸ ਚੀਜ਼ ਦੇ ਨਾਲ ਹੌਸਲਾ ਮਿਲ ਰਿਹਾ ਕਿ ਉਹਦੇ ਟੀਚਰ ਉਹਦਾ ਇੰਨਾ ਖਿਆਲ ਰੱਖ ਰਹੇ ਆ। ਉਹ ਕਹਿੰਦੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਮੈਂ ਸੱਚਮੁੱਚ ਕੋਈ ਨਾ ਕੋਈ ਫਰਕ ਪਾਇਆ ਹੋਵੇ ਇਹਨਾਂ ਵਿਦਿਆਰਥੀਆਂ ਦੇ ਜੀਵਨ ਵਿੱਚ, ਖਾਸ ਕਰ ਇਸ ਲੋਕਡਾਊਨ ਦੇ ਵਿੱਚ। ਬਹੁਤ ਸਾਰੇ ਜਿਹੜੇ ਸਟੂਡੈਂਟ ਆ ਜਦੋਂ ਉਹਨਾਂ ਨੂੰ ਪਰਸਨਲਾਈਜ਼ਡ ਇਹ ਐਪਰੀਸੀਏਸ਼ਨ ਦੀ ਲੈਟਰ ਮਿਲਦੀ ਆ, ਉਹਨਾਂ ਦਾ ਹੌਸਲਾ ਵੱਧਦਾ ਆ, ਉਹਨਾਂ ਵਿਦਿਆਰਥੀਆਂ ਦੇ ਚਿਹਰੇ ਤੇ ਸੱਚਮੁੱਚ ਮੁਸਕਰਾਹਟ ਆਉਂਦੀ ਆ ਤੇ ਉਹ ਮੁਸਕਰਾਹਟ ਦੇ ਵਿੱਚ ਕੁਝ ਚੰਗਾ ਕਰਨ ਬਾਰੇ ਜ਼ਰੂਰ ਸੋਚਦੇ ਆ, ਆਪਣੇ ਅਧਿਆਪਕ ਨੂੰ ਧੰਨਵਾਦ ਦੀਆਂ ਚਿੱਠੀਆਂ ਲਿਖਦੇ ਆ। ਤੇ ਉਹ ਇਹ ਚਾਹੁੰਦੀ ਆ ਕਿ ਇਹ ਜਿਹੜੇ ਹਾਲਾਤ ਨੇ ਐਸੇ ਤਰ੍ਹਾਂ ਹੌਸਲੇ ਦੇ ਨਾਲ ਕੱਟੇ ਜਾਣ, ਇਹ ਔਖਾ ਸਮਾਂ ਲੰਘ ਜਾਵੇ। ਵਾਪਸ ਜਦੋਂ ਬੱਚੇ ਸਕੂਲ ਦੇ ਵਿੱਚ ਆਉਣ ਤਾਂ ਉਹ ਹੋਰ ਜ਼ਿਆਦਾ ਖੁਸ਼ੀ ਦੇ ਨਾਲ ਪੜ੍ਹਨ। ਤੇ ਇਸ ਵੇਲੇ ਬਹੁਤ ਸਾਰੀਆਂ ਉਹ ਕਹਿੰਦੀ ਮੈਂ ਇੱਦਾਂ ਚਿੱਠੀਆਂ ਲਿਖਣ ਤੋਂ ਬਿਨਾਂ ਹੋਰ ਐਕਟੀਵਿਟੀਜ਼ ਵੀ ਪਲਾਨ ਕੀਤੀਆਂ ਤਾਂ ਕਿ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਹੋਰ ਮਜ਼ਬੂਤ ਤੇ ਪਿਆਰ ਭਰਿਆ ਬਣ ਸਕੇ। ਪੈਂਡੈਮਿਕ ਦੇ ਵਿੱਚ ਕੁਝ ਕੁ ਖਾਸ ਪ੍ਰੋਫੈਸ਼ਨ ਦੇ ਲੋਕਾਂ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ, ਜਿਨ੍ਹਾਂ ਦੇ ਵਿੱਚੋਂ ਫਰੰਟ ਲਾਈਨ ਵਰਕਰਸ ਇੱਕ ਨੇ, ਜਿਨ੍ਹਾਂ ਦੀ ਅਜੇ ਤੱਕ ਸ਼ਾਰਟੇਜ ਚੱਲ ਰਹੀ ਆ। ਔਰ ਕੈਨੇਡਾ ਦੇ ਕੁਝ ਸੂਬਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਲਾਈਨ ਵਰਕਰ, ਜਿਹੜੇ ਨਰਸਸ ਕੋਵਿਡ ਪੋਜ਼ਿਟਿਵ ਵੀ ਨੇ, ਉਹਨਾਂ ਨੂੰ ਵੀ ਕੰਮ ਦੇ ਉੱਤੇ ਬੁਲਾਉਣ ਦਾ ਫੈਸਲਾ ਕਰ ਰਿਹਾ ਕਿ ਉਹ ਕੋਵਿਡ ਦਾ ਇਲਾਜ ਕਰਨ, ਭਾਵੇਂ ਕਿ ਉਹ ਆਪ ਕੋਵਿਡ ਪੋਜ਼ਿਟਿਵ ਨੇ। PPE ਕਿੱਟ ਪਾ ਕੇ ਰੱਖਣ, ਆਈਸੋਲੇਟ ਰਹਿਣ, ਕਿਉਂਕਿ ਮੁਰੇ ਮਰੀਜ਼ ਨੂੰ ਵੀ ਕੋਵਿਡ ਹੋ ਚੁੱਕਾ, ਉਹਦਾ ਇਲਾਜ ਕਰਨ। ਇੱਥੇ ਤੱਕ ਇਸ ਕੰਮ ਦੀ, ਇਸ ਪ੍ਰੋਫੈਸ਼ਨ ਦੇ ਵਿੱਚ ਸਟਾਫ ਦੀ ਸ਼ਾਰਟੇਜ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਏਵੀਏਸ਼ਨ ਇੰਡਸਟਰੀ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਫਲਾਈਟਾਂ ਕੈਂਸਲ ਹੋ ਰਹੀਆਂ ਕਿਉਂਕਿ ਸਟਾਫ ਸ਼ਾਰਟੇਜ ਆ, ਖਾਸ ਕਰ ਅਮਰੀਕਾ ਦੇ ਵਿੱਚ। ਬਹੁਤ ਸਾਰੇ ਲੋਕ ਬਿਮਾਰ ਨੇ ਜਾਂ ਛੁੱਟੀ ਤੇ ਨੇ, ਕੰਮ ਦੇ ਉੱਤੇ ਨਹੀਂ ਆ ਰਹੇ। ਇੱਕ ਸਭ ਤੋਂ ਵੱਧ ਹੋਰ ਪ੍ਰਭਾਵਿਤ ਖੇਤਰ ਗਰੋਸਰੀ ਸਟੋਰ ਵਰਕਰਸ ਨੇ। ਗਰੋਸਰੀ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਹਦੇ ਨਾਲ ਸੰਬੰਧਿਤ ਵੀ ਆਈਆਂ ਕਿ ਜਿਹੜੀਆਂ ਐਮਪਟੀ ਸ਼ੈਲਫਸ ਨੇ ਇਹਨਾਂ ਗਰੋਸਰੀ ਸਟੋਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਸੰਕਟ ਪੈਦਾ ਕਰ ਸਕਦੀਆਂ ਨੇ। ਪਰ ਜਿਹੜੇ ਇਹਨਾਂ ਗਰੋਸਰੀ ਸਟੋਰਾਂ ਉੱਤੇ ਕੰਮ ਕਰਨ ਵਾਲੇ ਵਰਕਰ ਨੇ ਉਹ ਕਹਿੰਦੇ ਅਸੀਂ ਉਸ ਕਿਸਮ ਦਾ ਸਾਨੂੰ ਜਿਹੜਾ ਮਾਣ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਆ। ਉਹ ਕਹਿੰਦੇ ਸਾਡਾ ਕੋਵਿਡ ਨਾਲ ਸਿੱਧਾ ਸੰਬੰਧ ਕੋਈ ਨਹੀਂ, ਨਾ ਅਸੀਂ ਕੋਵਿਡ ਦਾ ਟੈਸਟ ਕਰਦੇ ਹਾਂ, ਨਾ ਅਸੀਂ ਕੋਵਿਡ ਦਾ ਇਲਾਜ ਕਰਦੇ ਹਾਂ, ਤੇ ਨਾ ਹੀ ਸਾਨੂੰ ਉਹਦੀ ਰੈਕੋਗਨੀਸ਼ਨ ਮਿਲਦੀ ਆ। ਪਰ ਹੁਣ ਦੱਸਿਆ ਇਹ ਜਾ ਰਿਹਾ ਕਿ ਇਹ ਬਹੁਤ ਜ਼ਿਆਦਾ ਐਗਜ਼ੌਸਟ ਹੋ ਚੁੱਕੇ ਆ, ਇਹ ਵਰਕਰ ਬਹੁਤ ਜ਼ਿਆਦਾ ਥੱਕ ਚੁੱਕੇ ਆ, ਕੰਮ ਦਾ ਬੋਝ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਚੁੱਕਾ। ਕੁਛ ਵਰਕਰਸ ਉਹਨਾਂ ਨੇ ਨਿਊਜ਼ ਮੀਡੀਆਜ਼ ਦੇ ਨਾਲ ਗੱਲਬਾਤ ਕੀਤੀ ਹੈ। ਉਹ ਕਹਿੰਦੇ ਅਸੀਂ ਜਦੋਂ 1 ਘੰਟਾ ਕੰਮ ਕਰਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਜਿੱਦਾਂ ਅਸੀਂ 5 ਘੰਟੇ ਕੰਮ ਕਰ ਲਿਆ ਹੋਵੇ। ਉਹ ਕਹਿੰਦੇ ਜਦੋਂ ਅਸੀਂ ਸਿਰਫ ਤੀਜੇ ਕਸਟਮਰ ਨਾਲ ਡੀਲ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਅਸੀਂ 30ਵੇਂ ਕਸਟਮਰ ਨਾਲ ਡੀਲ ਕਰ ਰਹੇ ਹਾਂ। ਕੰਮ ਦਾ ਇੰਨਾ ਜ਼ਿਆਦਾ ਬੋਝ ਇਸ ਪੈਂਡੈਮਿਕ ਦੇ ਵਿੱਚ ਇਹਨਾਂ ਗਰੋਸਰੀ ਸਟੋਰਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਦੇਖਣ ਨੂੰ ਇਹ ਗੱਲ ਏਡੀ ਵੱਡੀ ਨਹੀਂ ਲੱਗਦੀ, ਸਾਰਾ ਕੁਝ ਬੜਾ ਸਮੂਥ ਜਿਹਾ ਲੱਗਦਾ ਕਿ ਜਿੱਦਾਂ ਗਰੋਸਰੀ ਸਟੋਰ ਦੇ ਉੱਤੇ EMPLOYEES ਪਹਿਲਾਂ ਕੰਮ ਕਰਦੇ ਸੀ ਉਸੇ ਤਰੀਕੇ ਨਾਲ ਹੁਣ ਕਰ ਰਹੇ ਆ। ਪਰ ਅਸਲੀਅਤ ਇਹ ਆ ਕਿ ਹਾਲਾਤ ਬਦਲ ਚੁੱਕੇ ਆ ਤੇ ਇਹਨਾਂ ਵਰਕਰਸ ਦੇ ਉੱਤੇ ਬਹੁਤ ਜ਼ਿਆਦਾ ਬੋਝ ਇਸ ਵੇਲੇ ਪੈ ਚੁੱਕਿਆ। ਉਹ ਕਹਿੰਦੇ ਸਾਰੇ ਲੋਕ ਹੀ ਬਹੁਤ ਜ਼ਿਆਦਾ ਇਸ ਵੇਲੇ ਔਖੇ ਸਮੇਂ ਦੇ ਵਿੱਚੋਂ ਇਹ ਵਰਕਰ ਲੰਘ ਰਹੇ ਆ। ਬਹੁਤ ਸਾਰੇ ਵਰਕਰਸ ਆਪਣੀਆਂ ਸਮੱਸਿਆਵਾਂ ਸ਼ੇਅਰ ਕਰ ਰਹੇ ਆ। ਉਹ ਕਹਿੰਦੇ ਸਾਡੀ ਸਟੋਰ ਦੇ ਵਿੱਚ ਡਿਊਟੀ ਭਾਵੇਂ ਕੋਈ ਵੀ ਹੁੰਦੀ ਆ, ਪਰ ਹੁਣ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਜਿਹਦੇ ਵਿੱਚ ਲਗਭਗ ਪੁਲਿਸਿੰਗ ਵੀ ਸ਼ਾਮਲ ਆ ਕਿ ਤੁਸੀਂ ਮਾਸਕ ਕਿਸੇ ਨੂੰ ਪਾਉਣ ਲਈ ਕਹਿਣਾ, ਕਿ ਬਾਰ-ਬਾਰ ਕਹਿਣਾ ਮਾਸਕ ਪਾ ਕੇ ਰੱਖੋ, ਤੇ ਉਹਦੇ ਤੋਂ ਬਾਅਦ ਜੋ ਕੁਛ ਜਿਸ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਨ ਦਾ ਕੰਮ ਕੀਤਾ ਜਾ ਰਿਹਾ। ਜਿਹੜੇ ਲੋਕ ਸਟੋਰ ਦੇ ਉੱਤੇ ਗਰੋਸਰੀ ਖਰੀਦਣ ਆਉਂਦੇ ਉਹ ਕਹਿੰਦੇ ਇੱਦਾਂ ਦੀ ਕਦੇ ਆਸ ਨਹੀਂ ਸੀ ਕੀਤੀ ਕਿ ਇਹ ਕੰਮ ਸਾਨੂੰ ਕੰਮ ਕਰਨਾ ਪਊਗਾ। ਤੇ ਉਹਦੇ ਨਾਲ ਜਿਹੜਾ
ਕੁਝ ਲੋਕ ਜਿਹੜੇ ਆਪਣਾ ਨਾਮ ਵੀ ਨਹੀਂ ਦੱਸ ਰਹੇ ਇਸ ਮਾਮਲੇ ਦੇ ਵਿੱਚ, ਤਾਂ ਕਿ ਉਹਨਾਂ ਦੇ ਜਿਹੜੇ EMPLOYER ਨੇ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਉਹਨਾਂ ਨੂੰ ਇਸ ਕਿਸਮ ਨਾਲ ਨਾ ਦੇਖਣ ਕਿ ਕੰਮ ਕਰਨਾ ਨਹੀਂ ਚਾਹੁੰਦੇ। ਪਰ ਪਤਾ ਇਹ ਲੱਗ ਰਿਹਾ ਕਿ ਇਹ ਸਾਰੇ ਵਰਕਰ ਬਹੁਤ ਸਾਰੇ ਬੋਝ ਦੇ ਵਿੱਚੋਂ ਲੰਘ ਰਹੇ ਆ। ਔਰ ਦੂਜਾ ਇਹਦੇ ਵਿੱਚ ਸਭ ਤੋਂ ਵੱਡਾ ਖਤਰਾ ਇਹ ਆ ਕਿ ਇਹ ਸਭ ਤੋਂ ਵੱਧ ਖਤਰੇ ਉੱਤੇ ਆ ਕਿ ਆਪਣੇ ਘਰ ਦੇ ਵਿੱਚ COVID-19 ਲਿਆ ਸਕਦੇ ਆ। ਜਿੰਨੀ ਜ਼ਿਆਦਾ ਇਹਨਾਂ ਨੂੰ ਟੈਨਸ਼ਨ ਆ, ਜਿੰਨੀ ਜ਼ਿਆਦਾ ਇਹਨਾਂ ਨੂੰ ਐਂਗਜ਼ਾਇਟੀ ਆ, ਚਿੰਤਾ ਆ ਇਸ ਗੱਲ ਦੀ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਘਰ COVID-19 ਲਿਆ ਸਕਦੇ ਹਾਂ। ਤੇ ਇਹ ਚੀਜ਼ ਵੀ ਇੱਕ ਬਹੁਤ ਜ਼ਿਆਦਾ ਇਹਨਾਂ ਦੇ ਲਈ ਚਿੰਤਾ ਪੈਦਾ ਕਰ ਰਹੀ ਹੈ। ਉਹ ਕਹਿੰਦੇ ਇੱਕ ਨਹੀਂ, ਸਾਰੇ ਵਰਕਰਸ ਦਾ ਲਗਭਗ ਇਹ ਹਾਲ ਆ। ਉਹ ਕਹਿੰਦੇ ਕੋਈ ਗਲੈਮਰਸ ਜੌਬ ਨਹੀਂ ਆ ਇਹ, ਅਸੀਂ ਕੋਈ ਕੋਵਿਡ ਨੂੰ ਸੋਲਵ ਨਹੀਂ ਕਰ ਰਹੇ, ਅਸੀਂ ਕੋਈ ਟੈਸਟਿੰਗ ਨਹੀਂ ਕਰ ਰਹੇ, ਪਰ ਕੋਵਿਡ ਤੋਂ ਬਿਨਾਂ ਹੀ ਸਾਡੇ ਉੱਤੇ ਜਿੰਨਾ ਜ਼ਿਆਦਾ ਬੋਝ, ਔਰ ਇਹ ਵੀ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਗਰੋਸਰੀ ਵਰਕਰ ਨਾ ਇਸ ਤਰ੍ਹਾਂ ਕੰਮ ਕਰਨ ਤਾਂ ਸਾਡੇ ਘਰਾਂ ਦੇ ਵਿੱਚ ਖਾਣ ਦਾ ਸਮਾਨ ਨਹੀਂ ਪਹੁੰਚ ਸਕਦਾ। ਜਿਹੜੀ ਇਸ ਵੇਲੇ 2 ਸਾਲ ਦੇ ਲਗਭਗ ਹੋ ਗਏ ਇਹਨਾਂ ਵਰਕਰਸ ਨੂੰ ਐਸੇ ਤਰੀਕੇ ਦੇ ਨਾਲ ਕੰਮ ਕਰਦਿਆਂ ਨੂੰ। ਉਹ ਕਹਿੰਦੇ ਅਸੀਂ ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ ਹਰ ਤਰੀਕੇ ਦੇ ਨਾਲ ਥੱਕ ਚੁੱਕੇ ਹਾਂ। ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਬਿਨਾਂ ਸ਼ੱਕ ਲੰਬੇ ਸਮੇਂ ਦੇ ਲਈ ਕੰਮ ਕਰਨਾ ਪੈ ਰਿਹਾ, ਬਹੁਤ ਸਖਤ ਹਾਲਤਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ, ਔਰ ਇਹਦੇ ਨਾਲ ਉਹਨਾਂ ਦੇ ਉੱਤੇ ਬਹੁਤ ਸਾਰਾ ਇਹ ਪ੍ਰਭਾਵ ਪੈ ਰਿਹਾ। ਤੇ ਇਹ ਕੁਝ ਜਿਹੜੇ ਆ ਇਸ ਮਾਮਲੇ ਦੇ ਵਿੱਚ ਕਹਿੰਦੇ ਕਿਸੇ ਇੱਕ ਪੁਆਇੰਟ ਦੇ ਉੱਤੇ ਜਾ ਕੇ ਇਹ ਕੰਮ ਛੱਡਣ ਬਾਰੇ ਸੋਚ ਰਹੇ ਆ ਕਿ ਅਸੀਂ ਇਹ ਕੰਮ ਛੱਡ ਕੇ ਕੁਝ ਨਾ ਕੁਝ ਹੋਰ ਕਰ ਲਈਏ। ਜਿਹੜੇ ਵਰਕਪਲੇਸ ਹੈਲਥ ਸਾਈਕੋਲੋਜੀ ਐਕਸਪਰਟ ਨੇ ਉਹ ਦੱਸ ਰਹੇ ਆ ਕਿ ਏਡਾ ਵੱਡਾ ਸਟੈਪ ਨਹੀਂ ਲੈਣਾ ਚਾਹੀਦਾ। ਜੇਕਰ ਤੁਸੀਂ ਇੰਨੇ ਜ਼ਿਆਦਾ ਇਹਦੇ ਨਾਲ ਥੱਕ ਚੁੱਕੇ ਆ ਤਾਂ ਬੜੀ ਸਿੱਧਾ ਜਿਹਾ ਇਹਦਾ ਜਵਾਬ ਆ ਕਿ ਤੁਹਾਨੂੰ ਬ੍ਰੇਕ ਚਾਹੀਦੀ ਹੈ। ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬ੍ਰੇਕ ਲਓ। ਤੇ ਜਿਹੜੇ ਲੋਕ ਇਸ ਕੰਮ ਦੇ ਵਿੱਚੋਂ ਇੰਨਾ ਜ਼ਿਆਦਾ ਥੱਕ ਚੁੱਕੇ ਆ, ਜਿਹੜੇ ਕੰਮ ਛੱਡਣ ਬਾਰੇ ਸੋਚ ਰਹੇ ਆ, ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਸੀਂ ਥੋੜ੍ਹਾ ਚਿਰ ਆਰਾਮ ਕਰਨ ਤੋਂ ਬਾਅਦ ਇਸ ਚੀਜ਼ ਬਾਰੇ ਵਿਚਾਰ ਕਰੋ। ਏਡਾ ਵੱਡਾ ਕੰਮ ਛੱਡਣ ਦਾ ਫੈਸਲਾ ਤੁਸੀਂ ਇੱਕਦਮ ਨਾ ਲਓ। ਤੇ ਜਿਹੜੀ ਇਹ ਆ ਕਿ ਉਹਨਾਂ ਦੇ ਟਾਰਗੇਟਸ ਨੇ, ਉਹਨਾਂ ਦੀ ਪਰਫਾਰਮੈਂਸ ਦੇ, ਉਹਨਾਂ ਦੇ ਉੱਤੇ ਇੱਕ ਉਹ ਵੀ ਪ੍ਰੈਸ਼ਰ ਆ। ਤੇ ਦੂਜੇ ਪਾਸੇ ਜਿੱਡਾ ਵੱਡਾ ਇਹਨਾਂ ਕਾਮਿਆਂ ਨੂੰ ਰਿਸਕ ਆ, ਓਡਾ ਵੱਡਾ ਰਿਵਾਰਡ ਇਹਨਾਂ ਨੂੰ ਇਹਦਾ ਨਹੀਂ ਮਿਲ ਰਿਹਾ। ਇਹਦੇ ਨਾਲ ਵੀ ਇੱਕ ਸਮੱਸਿਆ ਪੈਦਾ ਹੋ ਰਹੀ ਹੈ। ਹਾਲਾਂਕਿ ਪੈਂਡੈਮਿਕ ਦੇ ਵਿੱਚ ਇਹਨਾਂ ਗਰੋਸਰੀ ਸਟੋਰ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਖਾਸ ਕਿਸਮ ਦਾ ਜਿਹੜਾ ਇਨਸੈਂਟਿਵ ਵੀ ਦਿੱਤੇ ਗਏ ਸੀ, ਇਹਨਾਂ ਦੇ ਵੇਜਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਸੀ, ਪਰ ਉਹਦੇ ਨਾਲ ਜਿੱਡਾ ਵੱਡਾ ਇਹਨਾਂ ਦਾ ਇੱਕ ਇਹ ਰਿਸਕ ਆ ਇਸ ਕੰਮਕਾਰ ਦੇ ਵਿੱਚ, ਓਡਾ ਵੱਡਾ ਰਿਵਾਰਡ ਇਹਨਾਂ ਨੂੰ ਨਾ ਮਿਲਣਾ ਵੀ ਇੱਕ ਕਾਰਨ ਬਣ ਰਿਹਾ ਕਿ ਇਹ ਜ਼ਿਆਦਾ ਥੱਕ ਰਹੇ ਨੇ। ਬਾਰ-ਬਾਰ ਪਿਛਲੇ ਸਮੇਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਫਰੰਟ ਲਾਈਨ ਵਰਕਰਸ ਇਸ ਵੇਲੇ ਮਾਨਸਿਕ ਰੂਪ ਦੇ ਵਿੱਚ, ਸਰੀਰਕ ਰੂਪ ਦੇ ਵਿੱਚ ਇਸ ਕੰਮ ਤੋਂ ਥੱਕ ਚੁੱਕੇ ਆ। ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸ਼ਾਬਾਸ਼, ਕਿਸੇ ਨਾ ਕਿਸੇ ਤਰ੍ਹਾਂ ਦੇ ਹੌਸਲੇ ਦੀ ਇਸ ਵੇਲੇ ਲੋੜ ਆ। ਕੈਨੇਡਾ ਅਮਰੀਕਾ ਦੀ ਇਕਨੋਮੀ ਦਾ ਵੱਡਾ ਹਿੱਸਾ ਟਰੱਕ ਇੰਡਸਟਰੀ ਦੇ ਉੱਤੇ ਨਿਰਭਰ ਕਰਦਾ। ਬਹੁਤ ਸਾਰੇ ਲੋਕ ਟਰੱਕ ਇੰਡਸਟਰੀ ਦੇ ਵਿੱਚ ਆ, ਖਾਸ ਕਰ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਲੋਕ ਇਸ ਇੰਡਸਟਰੀ ਦੇ ਵਿੱਚ ਨੇ। ਜਿਹੜੇ ਲੌਂਗ ਡਿਸਟੈਂਸ ਟਰੱਕ ਡਰਾਈਵਰ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਕੁਝ ਮੁਸ਼ਕਲਾਂ ਸਾਂਝੀਆਂ ਕੀਤੀਆਂ, ਜਿਹਦੇ ਵਿੱਚ ਉਹ ਬਾਰ-ਬਾਰ ਇਹ ਕਹਿ ਰਹੇ ਆ ਕਿ ਸਾਡੀ ਜਾਨ ਨੂੰ ਖਤਰਾ ਆ। ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਇਹਨਾਂ ਰੋਡਸ ਦੇ ਉੱਤੇ ਜਿੰਨੀ ਮਾੜੀ ਹਾਲਤ ਇਹਨਾਂ ਸੜਕਾਂ ਦੀ ਆ, ਉਹਦੇ ਵਿੱਚ ਐਕਸੀਡੈਂਟ ਵੱਧ ਰਹੇ ਆ, ਮੌਤਾਂ ਹੋ ਰਹੀਆਂ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣੀਆਂ ਸਮੱਸਿਆਵਾਂ ਦਸੀਆਂ ਤੇ ਸ਼ਨੀਵਾਰ ਉਹ ਸਰੀ ਤੋਂ ਲੈ ਕੇ ਵੈਨਕੂਵਰ ਤੱਕ ਸਾਰੇ ਟਰੱਕਾਂ ਦੀ ਇੱਕ ਰੈਲੀ ਵੀ ਕੱਢਣ ਜਾ ਰਹੇ ਆ, ਤਾਂ ਕਿ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹਨਾਂ ਸੜਕਾਂ ਦੀ ਹਾਲਤ ਕਿੰਨੀ ਮਾੜੀ ਹੈ। ਚਾਹੇ ਉੱਥੇ ਸੜਕਾਂ ਦੇ ਵਿੱਚ ਪਾਸਿਆਂ ਦੇ ਉੱਤੇ ਪਏ ਟੋਏ ਆ, ਤੇ ਚਾਹੇ ਉੱਥੋਂ ਪਈ ਜਿਹੜੀ ਬਰਫ਼ ਆ ਉਹ ਸਾਫ਼ ਨਹੀਂ ਕੀਤੀ ਜਾ ਰਹੀ, ਜਿਹੜੀ ਜੰਮ ਹੋ ਜਾਂਦੀ ਹੈ, ਜੰਮ ਕੇ ਉਹ ਤਿਲਕਦੀ ਆ, ਤੇ ਤਿਲਕਣ ਤੋਂ ਬਾਅਦ ਜਿੰਨੇ ਟਰੱਕਾਂ ਦੇ ਐਕਸੀਡੈਂਟ ਹੋ ਰਹੇ ਆ, ਇਹਨਾਂ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਆ। ਸਮੱਸਿਆ ਇਹ ਆ ਕਿ ਮੌਸਮ ਦੇ ਵਿੱਚ ਮੌਸਮ ਦੀ ਖਰਾਬੀ ਦੇ ਨਾਲ ਸੜਕਾਂ ਦੀ ਹਾਲਤ ਖਰਾਬ ਹੋਣੀ ਸੁਭਾਵਕ ਆ, ਪਰ ਇਹ ਸੜਕਾਂ ਅਮਰੀਕਾ ਦੇ ਵਿੱਚ ਬਹੁਤ ਵਧੀਆ ਨੇ। ਇਹ ਸੜਕਾਂ BC ਤੋਂ ਜਦੋਂ ਅਲਬਰਟਾ ਦੇ ਵਿੱਚ ਚਲੇ ਜਾਂਦੇ ਆ ਉਸ ਵੇਲੇ ਬਹੁਤ ਵਧੀਆ ਆ। ਉੱਥੇ ਜਿੰਨੇ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਮੇਨਟੇਨ ਕੀਤਾ ਜਾ ਰਿਹਾ ਜਾਂ ਮੇਨਟੇਨ ਕੀਤਾ ਗਿਆ ਕਿ ਉਸ ਤਰੀਕੇ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਨੂੰ ਮੇਨਟੇਨ ਨਹੀਂ ਕੀਤਾ ਜਾ ਸਕਦਾ। ਦੱਸਿਆ ਜਾ ਰਿਹਾ ਕਿ ਜਿੰਨੇ ਤਰੀਕੇ ਦੇ ਨਾਲ ਇੱਥੇ ਜਿਹੜੀ ਡੀ-ਆਈਸਿੰਗ ਕਰਨੀ ਆ ਉਹਦੀ ਸੜਕਾਂ ਦੇ ਉੱਤੇ ਬਰਫ਼, ਕੁਛ ਉੱਥੇ ਪ੍ਰੋਡਕਟਸ ਪਾਏ ਜਾਂਦੇ ਆ ਜਿਹਦੇ ਨਾਲ ਇਹ ਬਰਫ਼ ਉੱਥੇ ਨਾ ਜੰਮੇ। ਕਹਿੰਦੇ ਉਹ ਵੀ ਬਹੁਤ ਘਟੀਆ ਕੁਆਲਿਟੀ ਦੇ ਆ ਜਿਹੜੇ ਆਪਣਾ ਕੰਮ ਕਰ ਨਹੀਂ ਰਹੇ। ਬਹੁਤ ਸਾਰੇ ਲੋਕ ਦੱਸ ਰਹੇ ਆ ਕਿ ਸਾਨੂੰ ਸਵੇਰੇ ਕੰਮ ਤੇ ਜਾਣ ਲੱਗਿਆਂ ਨੂੰ ਖੌਫ ਆਉਂਦਾ ਹੈ, ਸਾਡੇ ਘਰ ਦੇ ਡਰਦੇ ਆ
ਕਿ ਕਿਤੇ ਰਸਤੇ ਦੇ ਵਿੱਚ ਕੋਈ ਐਕਸੀਡੈਂਟ ਨਾ ਹੋ ਜਾਵੇ। ਇਸ ਗੱਲ ਦੀ ਸੰਭਾਵਨਾ ਇਸ ਮੌਸਮ ਦੇ ਵਿੱਚ ਹੋਰ ਜ਼ਿਆਦਾ ਵੱਧ ਗਈ ਆ। ਖਾਸ ਕਰ ਜਿਹੜੇ ਲੌਂਗ ਡਿਸਟੈਂਸ ਦੇ ਟਰੱਕਰਸ ਜਾ ਰਹੇ ਆ, ਇਹ ਵੱਡੇ ਸੰਕਟ ਦੇ ਵਿੱਚ ਨੇ। ਉਹ ਬਾਰ-ਬਾਰ ਕਹਿ ਰਹੇ ਆ ਕਿ ਸਾਡੀ ਗੱਲ ਸੁਣੀ ਜਾਵੇ, ਅਸੀਂ ਆਪਣੇ ਜੀਵਨ ਨੂੰ ਰਿਸਕ ਦੇ ਉੱਤੇ ਪਾ ਕੇ ਕੰਮ ਕਰ ਰਹੇ ਹਾਂ, ਤੇ ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਜਿਹੜੀ ਉਹ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਪਾਈਏ ਤੇ ਸਾਡੇ ਪਰਿਵਾਰ ਚਿੰਤਾ ਦੇ ਵਿੱਚ ਰਹਿਣ। ਬਲੈਕ ਆਈਸ, ਵੱਡੇ ਵੱਡੇ ਜਿਹੜੇ ਉੱਥੇ ਟੋਏ ਨੇ ਕਈ ਪਾਸਿਆਂ ਦੇ ਉੱਤੇ ਪਏ। ਉਹ ਦੂਜੀ ਖਾਸ ਸਮੱਸਿਆ ਇਹਨਾਂ ਦੀ ਇਹ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਰੈਸਟ ਏਰੀਆਜ਼ ਨੇ ਉਹ ਪ੍ਰੋਪਰ ਨਹੀਂ ਆ, ਉਹ ਹਾਈਜੀਨਿਕ ਨਹੀਂ ਆ, ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਆ। ਤੇ ਖਾਸ ਕਰ ਇਹਨਾਂ ਰੋਡਸ ਦੇ ਉੱਤੇ ਰਾਤ ਨੂੰ ਜਿਹੜੇ ਲੋਕ ਡਰਾਈਵ ਕਰਦੇ ਆ, ਉਹ ਇਸ ਤਰ੍ਹਾਂ ਦੇ ਐਕਸੀਡੈਂਟਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਆ। ਐਸੋਸੀਏਸ਼ਨ ਇਸ ਵੇਲੇ ਦੱਸ ਰਹੀ ਆ ਕਿ ਜਿਹੜੀ ਹਾਈਵੇ ਦੀਆਂ ਕੰਡੀਸ਼ਨਸ ਨੇ ਉਹਨਾਂ ਦੇ ਨਾਲ ਸੰਬੰਧਿਤ ਸਰਕਾਰ ਦੀ ਜਿਹੜੀ ਡਰਾਈਵ ਈਸੀ ਵੈਬਸਾਈਟ ਆ, ਉਹਦੇ ਉੱਤੇ ਬਹੁਤ ਸਾਰੀਆਂ ਕੰਪਲੇਂਟਸ ਪਾਈਆਂ ਜਾਂਦੀਆਂ, ਤੇ ਪਰ ਉਹਦੇ ਤੋਂ ਬਾਅਦ ਇਹਨਾਂ ਨੂੰ ਕਿਹਾ ਇਹ ਜਾਂਦਾ ਕਿ ਤੁਸੀਂ ਜਿਹੜੇ ਮੇਨਟੇਨੈਂਸ ਕੰਟਰੈਕਟਰਸ ਆ ਉਹਨਾਂ ਦੇ ਨਾਲ ਸੰਪਰਕ ਕਰੋ, ਉਹਨਾਂ ਨੇ ਇਹਨਾਂ ਸੜਕਾਂ ਨੂੰ ਠੀਕ ਕਰਨਾ ਹੈ। ਸੋ ਇੱਕ ਬਹੁਤ ਵੱਡਾ ਚੈਲੰਜ ਟਰੱਕਰਸ ਦੇ ਲਈ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਰੋਡਸ ਨੇ ਉਹਦੀ ਮੇਨਟੇਨੈਂਸ ਨੂੰ ਲੈ ਕੇ ਇੱਕ ਵੱਡਾ ਸੰਕਟ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਠੀਕ ਕੀਤਾ ਜਾਣਾ ਚਾਹੀਦਾ, ਤਾਂ ਕਿ ਇਹ ਸਾਡੀ ਇਕੋਨਮੀ ਦਾ ਸਭ ਤੋਂ ਮਹੱਤਵਪੂਰਨ ਅੰਗ, ਜਿਨ੍ਹਾਂ ਤੋਂ ਬਿਨਾਂ ਸਮਾਨ ਇੱਧਰ ਉੱਧਰ ਜਾ ਹੀ ਨਹੀਂ ਸਕਦਾ। ਕਿਹਾ ਜਾਂਦਾ ਕਿ ਜੇਕਰ ਟਰੱਕ ਦਾ ਚੱਕਾ ਘੁੰਮਦਾ ਆ ਤਾਂ ਇਕੋਨਮੀ ਦਾ ਚੱਕਾ ਵੀ ਉਹਦੇ ਨਾਲ ਹੀ ਘੁੰਮਦਾ ਆ। ਉਹ ਟਰਾਂਸਪੋਰਟੇਸ਼ਨ ਮਿਨਿਸਟਰੀ ਨੂੰ ਵੀ ਮਿਲਣ ਦਾ ਯਤਨ ਕਰ ਰਹੇ ਆ, ਪਰ ਕਿਸੇ ਪਾਸਿਓਂ ਅਜੇ ਤੱਕ ਤਸੱਲੀ ਬਖਸ਼ ਜਵਾਬ ਉਹਨਾਂ ਨੂੰ ਨਹੀਂ ਮਿਲਿਆ। ਅਲਬਰਟਾ ਦੇ ਵਿੱਚ ਇਹੀ ਡਰਾਈਵਰ ਜਿਹੜੇ ਬਹੁਤ ਕਲੀਅਰ ਤੇ ਰਿਪੇਅਰਡ ਰੋਡਸ ਦੇ ਉੱਤੇ ਆਪਣੇ ਟਰੱਕ ਚਲਾਉਂਦੇ ਆ, ਤੇ ਮੰਗ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹੀ ਕਰ ਰਹੇ ਆ ਕਿ ਸਾਡੇ ਵੀ ਇੱਥੇ ਇਸੇ ਤਰ੍ਹਾਂ ਕੀਤਾ ਜਾਵੇ, ਸਾਨੂੰ ਵੀ ਚੰਗੀਆਂ ਹਾਲਤਾਂ ਦੇ ਵਿੱਚ ਇਹ ਸੜਕਾਂ ਜਿਹੜੀਆਂ ਮਿਲਣ, ਤਾਂ ਕਿ ਇੱਥੇ ਅਸੀਂ ਸੁਰੱਖਿਅਤ ਤਰੀਕੇ ਦੇ ਨਾਲ ਟਰੱਕ ਚਲਾ ਸਕੀਏ। ਇੱਕ ਵੱਡੀ ਰੈਲੀ ਸ਼ਨੀਵਾਰ ਨੂੰ ਸਰੀ ਤੋਂ ਲੈ ਕੇ ਵੈਨਕੂਵਰ ਤੱਕ ਕੇ ਟਰੱਕਰ ਕੱਢਣ ਜਾ ਰਹੇ ਆ। ਇਸ ਪੈਂਡੈਮਿਕ ਦੌਰਾਨ ਘਰਾਂ ਦੀਆਂ ਕੀਮਤਾਂ ਲਗਾਤਾਰ ਵਧੀਆਂ। ਦੱਸਿਆ ਜਾ ਰਿਹਾ ਕਿ ਕਿਉਂਕਿ ਇੰਟਰਸਟ ਰੇਟ ਘਟ ਗਏ ਸੀ, ਉਹਦੇ ਨਾਲ ਲੋਕ ਘਰ ਜ਼ਿਆਦਾ ਖਰੀਦਣ ਲੱਗ ਪਏ ਤੇ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ। ਇਸੇ ਤਰ੍ਹਾਂ ਜਿਹੜੇ ਘਰਾਂ ਦੇ ਕਿਰਾਏ ਸੀ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ, ਤੇ ਇਹਨਾਂ ਘਰਾਂ ਦੇ ਕਿਰਾਇਆਂ ਵਿੱਚ ਵਾਧੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਵੈਨਕੂਵਰ ਸਭ ਤੋਂ ਅੱਗੇ ਲੰਘ ਗਿਆ। ਵੈਨਕੂਵਰ ਦੇ ਵਿੱਚ 1 ਬੈਡਰੂਮ ਅਪਾਰਟਮੈਂਟ ਦਾ ਕਿਰਾਇਆ ਸਭ ਤੋਂ ਵੱਧ ਕੈਨੇਡਾ ਦੇ ਸਾਰੇ ਸ਼ਹਿਰਾਂ ਦੇ ਵਿੱਚੋਂ ਸਭ ਤੋਂ ਵੱਧ ਪਿਛਲੇ ਸਾਲ ਵਧਿਆ। ਇੱਕ ਜਿਹੜੀ ਡਾਟਾ ਰਿਲੀਜ਼ ਕੀਤਾ ਗਿਆ ਕੱਲ, ਜਾਣੀ ਕਿ ਐਤਵਾਰ, ਰੀਅਲ ਸਟੇਟ ਐਡਵਾਈਜ਼ਰੀ ਫਰਮ ਵੱਲੋਂ, ਉਹਨਾਂ ਦੀ ਜਿਹੜੀ ਰੈਂਟਲਸ ਵੈਬਸਾਈਟ ਆ ਉਹਦੇ ਉੱਤੇ ਦੇਖਿਆ ਪਤਾ ਲੱਗਦਾ ਕਿ ਜਿਹੜੇ ਬਹੁਤ ਸਾਰੇ ਜਿਹੜੀ ਨੈਸ਼ਨਲ ਰੈਂਟ ਰਿਪੋਰਟ ਆ ਉਹਦੇ ਵਿੱਚ ਇਹ ਪਤਾ ਲੱਗ ਗਿਆ ਕਿ ਵੈਨਕੂਵਰ ਦੇ ਵਿੱਚ 1 ਬੈਡਰੂਮ ਦਾ ਕਿਰਾਇਆ 13.2% ਵੱਧ ਗਿਆ। ਮਤਲਬ ਕਿ ਇਹ $2176 ਤੇ ਪਹੁੰਚ ਗਿਆ ਦਸੰਬਰ 2020 ਤੋਂ ਲੈ ਕੇ 2021 ਦੇ ਵਿੱਚ। ਜੇਕਰ ਵੈਨਕੂਵਰ ਦੇ ਵਿੱਚ ਕਿਸੇ ਨੇ 1 ਬੈਡਰੂਮ ਦਾ ਜਿਹੜਾ ਅਪਾਰਟਮੈਂਟ ਆ ਉਹ ਰੈਂਟ ਕਰਨਾ ਹੋਵੇ ਤਾਂ ਉਹਦਾ ਕਿਰਾਇਆ $2176 ਦੱਸਿਆ ਜਾ ਰਿਹਾ। 2 ਬੈਡਰੂਮ ਦਾ ਜਿਹੜਾ ਘਰ ਆ ਉਹਦਾ ਰੈਂਟ ਵੈਨਕੂਵਰ ਦੇ ਵਿੱਚ ਘੱਟੋ ਘੱਟ $2983 ਦੱਸਿਆ ਜਾ ਰਿਹਾ। ਇਹਦੇ ਵਿੱਚ 9.7% ਵਾਧਾ ਹੋਇਆ ਜੇਕਰ ਇਹਨੂੰ ਤੁਸੀਂ ਕੰਪੇਅਰ ਕਰਦੇ ਆ ਦਸੰਬਰ 2020 ਦੇ ਨਾਲ। ਜਿਹੜਾ ਵਾਧਾ ਆ 2 ਬੈਡਰੂਮ ਅਪਾਰਟਮੈਂਟ ਰੈਂਟਲ ਦਾ ਟੋਰਾਂਟੋ ਦੇ ਵਿੱਚ 11.6% ਆ ਇਸ ਸਾਲ ਦੇ ਵਿੱਚ, ਜਦੋਂ ਕਿ ਸਭ ਤੋਂ ਵੱਡਾ ਜੰਪ ਇਹਨਾਂ ਕੈਟਾਗਰੀਜ਼ ਦੇ ਵਿੱਚ ਕੁਬੈਕ ਦੇ ਵਿੱਚ ਗਵੈਟਨੂ ਦੇ ਵਿੱਚ ਮਿਲਿਆ, ਜਿੱਥੇ 18% ਵਾਧਾ ਦੱਸਿਆ ਜਾ ਰਿਹਾ 2 ਬੈਡਰੂਮ ਕੈਟਾਗਰੀ ਦੇ ਵਿੱਚ। 2 ਬੈਡਰੂਮ, 1 ਬੈਡਰੂਮ, 3 ਬੈਡਰੂਮ, ਡਿਟੈਚ ਹੋਮ, ਸਾਰੇ ਘਰਾਂ ਦੇ ਕਿਰਾਏ ਵਧੇ ਆ ਕੈਨੇਡਾ ਦੇ ਵਿੱਚ, ਪਰ ਵੈਨਕੂਵਰ ਦੇ ਵਿੱਚ ਇਹ ਵਾਧਾ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ। ਜਿਹੜੀ ਇੱਕ ਸਟੇਟਮੈਂਟ ਆਈ ਹੈ ਕਿ ਕੈਨੇਡਾ ਦੇ ਵਿੱਚ ਐਵਰੇਜ ਕਾਸਟ 1 ਬੈਡਰੂਮ ਅਪਾਰਟਮੈਂਟ ਦੀ ਰੈਂਟਲ ਦੀ 2.7% ਵਧੀ ਹੈ। ਸੋ ਇੱਕ ਪਾਸੇ ਜਿਹੜੀ ਐਵਰੇਜ ਕੈਨੇਡਾ ਦੇ ਵਿੱਚ ਵਾਧਾ 2 ਪੁਆਇੰਟ ਦੇ ਕਰੀਬ ਹੋ ਰਿਹਾ, ਤੇ ਦੂਜੇ ਪਾਸੇ 1 ਬੈਡਰੂਮ ਅਪਾਰਟਮੈਂਟ ਵੈਨਕੂਵਰ ਦੇ ਵਿੱਚ 13% ਦੇ ਉੱਤੇ ਵੱਧ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਸਾਲ ਜਿਹੜੇ ਰੈਂਟ ਆ ਉਹ ਵਿੱਚ ਕੁਝ ਸਮੇਂ ਪਹਿਲੇ ਸਾਲ ਦੇ ਵਿੱਚ ਘਟੇ ਸੀ, ਪਰ ਬਾਅਦ ਦੇ ਵਿੱਚ ਰਿਕਵਰ ਕਰ ਗਏ। ਅਪ੍ਰੈਲ 2020 ਦੇ ਵਿੱਚ ਲੋਐਸਟ ਪੁਆਇੰਟ ਸੀ, ਜਿੱਥੇ ਪੈਂਡੈਮਿਕ ਕੈਨੇਡਾ ਦੇ ਵਿੱਚ ਜਦੋਂ ਡਿਕਲੇਅਰ ਕੀਤੀ ਗਈ ਸੀ 9% ਕਿਰਾਏ ਥੱਲੇ ਚਲੇ ਗਏ ਸੀ ਦਸੰਬਰ 2019 ਨਾਲੋਂ। ਇਹ ਸਭ ਤੋਂ ਵੱਡਾ ਘਾਟਾ ਜਿਹੜਾ ਇਹਦੇ ਵਿੱਚ ਉਸ ਵੇਲੇ ਦੱਸਿਆ ਜਾ ਰਿਹਾ ਸੀ। ਹੁਣ ਜਦੋਂ ਕਿ ਓਮੀਕਰੋਨ ਵੇਰੀਐਂਟ ਆ ਚੁੱਕਿਆ, ਹੋਰ ਬਹੁਤ ਕੁਝ ਹੋ ਚੁੱਕਿਆ,
ਇਸ ਵੇਲੇ ਇਹ ਰੈਂਟਲ ਮਾਰਕੀਟ ਜਿਹੜੀ ਆ ਲਗਾਤਾਰ ਉੱਤੇ ਜਾ ਰਹੀ ਆ ਤੇ ਵਿਕਟੋਰੀਆ ਦੇ ਵਿੱਚ ਇੱਕ ਬੈਡਰੂਮ ਦਾ ਜਿਹੜਾ ਰੈਂਟ ਆ ਉਹ $1566 ਇੱਕ ਮਹੀਨੇ ਦਾ ਦੱਸਿਆ ਜਾ ਰਿਹਾ। ਜੀ ਨੈਸ਼ਨਲ ਰੈਂਟਲ ਰਿਪੋਰਟ ਚਾਰਟਸ ਆ ਉਹਨਾਂ ਨੂੰ ਜਦੋਂ ਐਨਾਲਾਈਜ਼ ਕਰਕੇ ਦੇਖਿਆ ਜਾ ਰਿਹਾ ਤਾਂ ਇਹਦੇ ਵਿੱਚੋਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਜਿਹੜੀ rentals.ca ਦੇ ਉੱਤੇ ਦੱਸਿਆ ਜਾ ਜਿਹੜੇ ਕਿ 35 ਦੇ ਕਰੀਬ ਕੈਨੇਡਾ ਦੇ ਸ਼ਹਿਰਾਂ ਨੂੰ ਸਟੱਡੀ ਕਰਦੇ ਆ, ਜਿਹਦੇ ਵਿੱਚੋਂ ਪਤਾ ਲੱਗਦਾ ਕਿ ਕਿੱਥੇ ਰੈਂਟ ਜ਼ਿਆਦਾ ਵਧਿਆ ਤੇ ਕਿੱਥੇ ਰੈਂਟ ਜਿਹੜਾ ਉਹ ਘੱਟ ਵਧਿਆ। ਵੈਨਕੂਵਰ ਦੇ ਵਿੱਚ ਰੈਂਟ ਵਧਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਵੀ ਆ। ਪਿਛਲੇ ਸਮੇਂ ਦੇ ਵਿੱਚ ਜਿੱਥੇ ਮਾਰਕੀਟ ਦੇ ਵਿੱਚ ਘਰਾਂ ਦੀ ਕੀਮਤ ਵਧਣ ਦੇ ਨਾਲ ਲੋਕਾਂ ਲਈ ਸੰਕਟ ਪੈਦਾ ਹੋਇਆ, ਉੱਥੇ ਇਸ ਕਿਰਾਏ ਦੇ ਵਿੱਚ ਹੋਇਆ ਵਾਧਾ ਵੀ ਇੱਕ ਚਿੰਤਾਜਨਕ ਗੱਲ ਦੱਸਿਆ ਜਾ ਰਿਹਾ। ਕੋਵਿਡ-19 ਕਿਉਂਕਿ ਚੀਨ ਤੋਂ ਸ਼ੁਰੂ ਹੋਇਆ ਮੰਨਿਆ ਜਾ ਰਿਹਾ, ਇਸ ਵੇਲੇ ਵੀ ਚੀਨ ਦੇ ਵਿੱਚ ਦੁਬਾਰਾ ਕੋਵਿਡ-19 ਦਾ ਹਮਲਾ ਹੋ ਚੁੱਕਾ ਤੇ ਇਸ ਵੇਲੇ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਡਾਊਨ ਲੱਗ ਚੁੱਕੇ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਖਬਰਾਂ ਸਾਂਝੀਆਂ ਕਰਦੇ ਆਏ ਹਾਂ ਕਿ ਕੈਨੇਡਾ ਦੇ ਕਿਹੜੇ ਸ਼ਹਿਰ ਚੀਨ ਦੇ ਮਾਫੀ ਚਾਹੁੰਦੇ ਆ ਕੋਵਿਡ-19 ਦਾ ਆਰੰਭ ਚੀਨ ਤੋਂ ਮੰਨਿਆ ਜਾ ਰਿਹਾ ਤੇ ਪਿਛਲੇ ਸਮੇਂ ਦੇ ਵਿੱਚ ਆਪਾਂ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਕਿ ਚੀਨ ਦੇ ਕਿਹੜੇ ਸ਼ਹਿਰ ਦੇ ਵਿੱਚ ਲਗਾਤਾਰ ਲੋਕਡਾਊਨ ਲੱਗ ਰਿਹਾ ਤੇ ਉਸ ਥਾਂ ਦੇ ਉੱਤੇ ਸਥਿਤੀ ਕਿਸ ਤਰ੍ਹਾਂ ਦੀ ਹੈ। ਇਸ ਵੇਲੇ ਦੁਨੀਆ ਦੀ ਨਜ਼ਰ ਇੱਕ ਵਾਰੀ ਫਿਰ ਚੀਨ ਦੇ ਉੱਤੇ ਲੱਗੀ ਆ। ਬੀਜਿੰਗ ਓਲੰਪਿਕ ਦੇ ਲਈ ਦੱਸਿਆ ਜਾ ਰਿਹਾ ਕਿ ਟਿਕਟਾਂ ਆਮ ਪਬਲਿਕ ਨੂੰ ਨਹੀਂ ਵੇਚੀਆਂ ਜਾ ਰਹੀਆਂ, ਕਈ ਤਰ੍ਹਾਂ ਦੀਆਂ ਉੱਥੇ ਪਾਬੰਦੀਆਂ ਲੱਗੀਆਂ, ਪਰ ਕੋਵਿਡ-19 ਕਾਰਨ ਲਗਾਤਾਰ ਉੱਥੇ ਲੋਕਡਾਊਨ ਲੱਗ ਰਿਹਾ, ਲਗਾਤਾਰ ਸਖਤੀ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਚੀਨ ਦੇ ਵਿੱਚ ਜੇਕਰ ਇੱਕ ਵੀ ਕਰੋਨਾ ਜਿਹੜਾ ਕੋਵਿਡ-19 ਦਾ ਪੇਸ਼ੈਂਟ ਮਿਲ ਜਾਂਦਾ ਤਾਂ ਲੋਕਡਾਊਨ ਲਾ ਦਿੰਦੇ ਆ। ਇਹ ਨਹੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੰਦੇ ਆ ਤੇ ਜਿਹੜੇ ਘਰਾਂ ਦੇ ਵਿੱਚ ਬੰਦ ਆ ਉਹਨਾਂ ਦਾ ਬਣੂਗਾ ਕੀ। ਹਸਪਤਾਲਾਂ ਦੇ ਵਿੱਚ ਜਿਹੜੇ ਪੇਸ਼ੈਂਟ ਆ ਉਹਨਾਂ ਤੋਂ ਇਲਾਵਾ ਕਿਸੇ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਉਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਪਰ ਉਹਦਾ ਇਲਾਜ ਨਹੀਂ ਮਿਲ ਰਿਹਾ, ਉਹ ਦਮ ਤੋੜ ਰਿਹਾ। ਇੱਥੋਂ ਤੱਕ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਡਿਲੀਵਰੀ ਦੇ ਲਈ ਹਸਪਤਾਲ ਜਦੋਂ ਪਹੁੰਚਦੀ ਆ ਤਾਂ ਉੱਥੇ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਰਿਸੀਵ ਨਹੀਂ ਕੀਤਾ ਜਾ ਰਿਹਾ। ਕਈ ਬੱਚੇ ਕੁੱਖ ਦੇ ਵਿੱਚ ਹੀ ਦਮ ਤੋੜ ਰਹੇ ਆ। ਸਖਤੀ ਇੰਨੀ ਜ਼ਿਆਦਾ ਕੀਤੀ ਆ ਕਿ ਦੱਸਿਆ ਜਾ ਰਿਹਾ, ਕਈ ਰਿਪੋਰਟਾਂ ਉੱਥੋਂ ਆ ਰਹੀਆਂ ਕਿ ਲੋਕ ਭੁੱਖ ਦੇ ਨਾਲ ਮਰ ਰਹੇ ਆ। ਜਿਹੜੀ ਜ਼ੀਰੋ ਕੋਵਿਡ ਪਾਲਿਸੀ ਚੀਨ ਦੀ ਉਹ ਜਾਨਲੇਵਾ ਸਾਬਿਤ ਹੋ ਰਹੀ ਹੈ। ਸ਼ਿਆਨ ਸ਼ਹਿਰ ਦੇ ਵਿੱਚ ਲੋਕਡਾਊਨ ਜਾਨਲੇਵਾ ਸਾਬਿਤ ਹੋ ਰਿਹਾ। ਇੱਥੇ ਇੱਕ ਦੱਸਿਆ ਜਾ ਰਿਹਾ ਕਿ ਵਿਅਕਤੀ ਦੇ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਸੀ, ਉੱਥੇ ਪਹੁੰਚਿਆ, ਉੱਥੇ ਤੜਫਦਾ ਰਿਹਾ, ਸਟਾਫ ਨੇ ਉਹਨੂੰ ਐਡਮਿਟ ਕਰਨ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਦੇ ਦਰਵਾਜ਼ੇ ਦੇ ਉੱਤੇ ਹੀ ਤੜਫਦਾ ਰਿਹਾ ਤੇ ਸਟਾਫ ਦੇਖਦਾ ਰਿਹਾ। ਕੁਝ ਦੇਰ ਬਾਅਦ ਉਹਦੀ ਉੱਥੇ ਹੀ ਮੌਤ ਹੋ ਗਈ। ਕਸੂਰ ਸਿਰਫ ਇੰਨਾ ਆ ਕਿ ਉਹ ਉਸ ਇਲਾਕੇ ਦਾ ਰਹਿਣ ਵਾਲਾ ਸੀ ਜਿੱਥੇ ਕੋਵਿਡ ਦੀ ਮੀਡੀਅਮ ਰਿਸਕ ਕੈਟਾਗਰੀ ਦੇ ਵਿੱਚ ਜਿਹਨੂੰ ਰੱਖਿਆ ਜਾਂਦਾ। ਇੱਕ ਔਰਤ ਦੱਸਿਆ ਜਾ ਰਿਹਾ ਕਿ 8 ਮਹੀਨੇ ਦੀ ਪ੍ਰੈਗਨੈਂਟ ਸੀ, ਲੇਬਰ ਪੇਨ ਹੋਈ, ਹਸਪਤਾਲ ਪਹੁੰਚੀ। ਡਾਕਟਰਸ ਨੇ ਉਹਨੂੰ ਦੱਸਿਆ ਕਿ ਕਿਸੇ ਕੋਵਿਡ ਟੈਸਟ ਰਿਪੋਰਟ ਵੈਲਿਡ ਯਾਨੀ ਕਿ ਮਾਨਤਾ ਪ੍ਰਾਪਤ ਨਹੀਂ ਆ। ਉਸ ਵਕਤ ਉਸ ਔਰਤ ਨੂੰ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਉਹਦੀ ਔਰਤ ਦੀ ਜਾਨ ਕਿਸੇ ਨਾ ਕਿਸੇ ਤਰ੍ਹਾਂ ਬਚ ਗਈ, ਪਰ ਬੱਚੇ ਨੇ ਕੁੱਖ ਦੇ ਵਿੱਚ ਹੀ ਦਮ ਤੋੜ ਦਿੱਤਾ। ਇਹ ਇੱਕ ਕਹਾਣੀ ਨਹੀਂ, ਕੁਝ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਅਨੇਕਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਚੀਨ ਤੋਂ ਬਾਹਰ ਲੈ ਕੇ ਆ ਰਹੀਆਂ। ਇਹ ਵੀ ਦੱਸਿਆ ਜਾ ਰਿਹਾ ਕਿ ਲੋਕਡਾਊਨ ਦੇ ਵਿੱਚ ਇੱਕ ਵਿਅਕਤੀ, ਇੱਕ ਨੌਜਵਾਨ, ਉਹਦੇ ਕੋਲ ਰੋਟੀ ਖਾਣ ਦੇ ਲਈ, ਪੇਟ ਭਰਨ ਦੇ ਲਈ ਕੁਝ ਨਹੀਂ ਸੀ। ਭੁੱਖ ਦੇ ਨਾਲ ਪਾਬੰਦੀਆਂ ਦੇ ਤਹਿਤ ਉਹ ਉਸ ਲੋਕਡਾਊਨ ਨੂੰ ਤੋੜ ਕੇ ਸੜਕ ਦੇ ਉੱਤੇ ਪਹੁੰਚਦਾ, ਪੁਲਿਸ ਤੋਂ ਕੁਝ ਖਾਣ ਲਈ ਮੰਗਦਾ। 2 ਪੁਲਿਸ ਵਾਲਿਆਂ ਨੇ ਉਹਨੂੰ ਲਗਭਗ ਮਾਰ ਕੇ ਅੱਧ ਮਰਿਆ ਕਰ ਦਿੱਤਾ। ਦਸੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਹੁਣ ਤੱਕ ਇਹੀ ਹਾਲਾਤ ਚੱਲੇ ਆ ਰਹੇ। ਸ਼ਾਮ ਦੇ ਵਿੱਚ 1 ਕਰੋੜ 30 ਲੱਖ ਲੋਕ ਘਰਾਂ ਦੇ ਵਿੱਚ ਬੰਦ ਆ। ਜ਼ਿਆਦਾਤਰ ਦੇ ਕੋਲ ਦੱਸਿਆ ਜਾ ਰਿਹਾ ਕਿ ਰੱਜਵੀਂ ਖਾਣ ਦੇ ਲਈ ਰੋਟੀ ਨਹੀਂ, ਬੱਚਿਆਂ ਦੇ ਲਈ ਦੁੱਧ ਤੇ ਬਜ਼ੁਰਗਾਂ ਦੇ ਲਈ ਦਵਾਈ ਤੱਕ ਉੱਥੇ ਨਹੀਂ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਜਿਹੜੀ ਗਵਰਨਮੈਂਟ ਦੀ ਜ਼ੀਰੋ ਕੋਵਿਡ ਇਲੈਕਸ਼ਨ ਪਾਲਿਸੀ ਦੇ ਉੱਤੇ ਚੱਲ ਰਹੇ ਆ ਤੇ ਉਹ ਇਹ ਚਾਹੁੰਦੇ ਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਇਹ ਕੋਵਿਡ ਦਾ ਕੋਈ ਵੀ ਕੇਸ ਨਾ ਸਾਹਮਣੇ ਨਾ ਆਵੇ। ਕੋਵਿਡ ਨੂੰ ਰੋਕਣਾ ਉਹਨਾਂ ਲਈ ਪਹਿਲ ਆ। ਲੋਕ ਕਿੰਨੇ ਕੁ ਭੁੱਖ ਨਾਲ ਮਰ ਰਹੇ ਆ ਜਾਂ ਉੱਥੇ ਦੇ ਹਾਲਾਤ ਨੇ, ਇਸ ਗੱਲ ਵੱਲ ਉੱਥੇ ਕਿਉਂਕਿ ਤਾਨਾਸ਼ਾਹ ਸਿਸਟਮ ਆ, ਇਸ ਗੱਲ ਕਰਕੇ ਉੱਥੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਚੀਨ ਦੇ ਹਾਲਾਤ ਦੇ ਉੱਪਰ ਪੂਰੀ ਦੁਨੀਆ ਦੀ ਇਸ ਵੇਲੇ ਨਜ਼ਰ ਆ। ਉੱਥੇ ਕੀ ਬਣਦਾ, ਕਿਸ ਤਰੀਕੇ ਦੇ ਨਾਲ ਲੋਕਡਾਊਨ ਲਾਇਆ ਜਾ ਰਿਹਾ ਤੇ ਕਦੋਂ ਉੱਥੇ ਕੋਵਿਡ ਖਤਮ ਹੁੰਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।